ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੁੜ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 66 ਤੋਂ ਜਿਹੜੀ ਹੈ ਅੱਜ ਦੀ ਆਰੰਭਤਾ ਹੋ ਰਹੀ ਹੈ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਤੀਜਾ। ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਤਿੰਨਾਂ ਦੀ 3 ਨੰਬਰ ਅਸ਼ਟਪਦੀ ਹੈ ਅਤੇ ਇਸ ਰਾਗ ਦੀ 20ਵੀਂ ਅਸ਼ਟਪਦੀ ਹੈ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਭਾਏ। ਪੰਖੀ ਭਾਵ ਪੰਛੀ, ਕਿ ਜੀਵ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਪੰਛੀ ਦੇ ਨਾਲ ਤੁਲਨਾ ਦਿੱਤੀ ਹੈ ਕਿ ਜਿਹੜਾ ਮਨੁੱਖ ਹੈ, ਜੀਵ ਹੈ, ਉਹ ਇੱਕ ਪੰਛੀ ਦੀ ਤਰ੍ਹਾਂ ਹੈ। ਬਿਰਖ ਦਾ ਭਾਵ ਰੁੱਖ, ਦਰਖਤ, ਅਤੇ ਸਤਿਗੁਰੂ ਜੀ ਇਸ ਸਰੀਰ ਨੂੰ ਜਿਹੜਾ ਹੈ ਉਹ ਰੁੱਖ ਜਿਹੜਾ ਹੈ ਉਹ ਦੱਸ ਰਹੇ ਨੇ ਕਿ ਪੰਖੀ ਬਿਰਖ ਸੁਹਾਵੜਾ। ਸੁਹਾਵੜਾ ਪਾਤਸ਼ਾਹ ਜੀ ਆਖ ਰਹੇ ਨੇ ਕਿ ਜਿਹੜਾ ਜੀਵ ਪੰਛੀ ਇਸ ਸਰੀਰ ਰੁੱਖ ਵਿੱਚ ਬੈਠਾ ਹੋਇਆ ਹੈ, ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਸਦਾ ਥਿਰ ਪ੍ਰਭੂ ਨਾਮ ਦਾ ਫਿਰ ਜਿਹੜਾ ਉਹ ਚੋਗ ਚੁਗਦਾ ਹੈ। ਗੁਰੂ ਦੇ ਨਾਮ ਦੇ ਵਿੱਚ ਜਿਹੜਾ ਹੈ ਰਚ ਕਰਕੇ ਅਨੁਸਾਰ ਜਿਹੜੀ ਨਾਮ ਦੀ ਚੋਗ ਚੁਗਦਾ ਹੈ ਅਤੇ ਉਹ ਫਿਰ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ। ਪੰਖੀ ਬਿਰਖ ਸੁਹਾਵੜਾ ਭਾਵ ਸੋਹਣੇ ਜੀਵਨ ਵਾਲਾ ਉਹ ਹੋ ਜਾਂਦਾ ਹੈ। ਹਰ ਰਸ ਪੀਵੈ ਸਹਿਜ ਰਹੈ, ਉੱਡੈ ਨਾ ਆਵੈ ਜਾਏ। ਹੁਣ ਇੱਥੇ ਇੱਕ ਪੰਛੀ ਦੀ ਤੇ ਰੁੱਖ ਦੀ ਉਦਾਹਰਨ ਦੇ ਰਹੇ ਨੇ ਕਿ ਸਾਡਾ ਸਰੀਰ ਹੈ ਉਹ ਇੱਕ ਰੁੱਖ ਦੀ ਤਰ੍ਹਾਂ ਹੈ ਅਤੇ ਜਿਹੜਾ ਜੀਵ ਹੈ ਭਾਵ ਕਿ ਉਹ ਮਾਲਕ ਦਾ ਜੋ ਅੰਸ਼ ਹੈ ਉਹ ਇੱਥੇ ਕੀ ਹੈ, ਇੱਕ ਪੰਛੀ ਦੀ ਤਰ੍ਹਾਂ ਰਹਿ ਰਿਹਾ ਹੈ। ਹੁਣ ਸਤਿਗੁਰੂ ਜੀ ਇਸੇ ਤਰ੍ਹਾਂ ਆਖਦੇ ਹਨ ਕਿ ਫਿਰ ਜਿਹੜਾ ਗੁਰੂ ਦੇ ਭਾਣੇ ਅਨੁਸਾਰ ਨਾਮ ਦੀ ਚੋਗ ਚੁਗਦਾ ਬੜੇ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ। ਅਤੇ ਹੋਰ ਕੀ ਹੈ, ਹਰ ਰਸ ਪੀਵੈ, ਉਹ ਪ੍ਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਭਾਵ ਕਿ ਮਾਲਕ ਦੇ ਭਾਣੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਸਹਿਜ ਰਹਿ, ਅਤੇ ਇਹਦੇ ਨਾਲ ਪ੍ਰਾਪਤੀ ਕੀ ਹੁੰਦੀ ਹੈ, ਆਤਮਕ ਅਡੋਲਤਾ ਦੇ ਵਿੱਚ ਫਿਰ ਉਹ ਟਿਕਿਆ ਰਹਿੰਦਾ। ਉਹਦਾ ਜੀਵਨ ਫਿਰ ਡੋਲਦਾ ਨਹੀਂ ਹੈ। ਫਿਰ ਭਾਵੇਂ ਜਿਤਨੇ ਮਰਜ਼ੀ ਜੀਵਨ ਦੇ ਵਿੱਚ ਉਤਰਾਅ ਚੜ੍ਹਾਅ ਆ ਜਾਣ, ਫਿਰ ਉਹ ਕਦੇ ਵੀ ਉਹਨਾਂ ਦੇ ਵਿੱਚ ਘਬਰਾਉਂਦਾ ਨਹੀਂ ਹੈ, ਭਾਵ ਮਾਇਕ ਪਦਾਰਥਾਂ ਦੇ ਚੋਗੇ ਵੱਲ ਫਿਰ ਉਹ ਭਟਕਦਾ ਨਹੀਂ ਹੈ। ਉੱਡੈ ਨਾ ਆਵੈ ਜਾਏ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਕਿ ਫਿਰ ਉਹ ਦੁਨਿਆਵੀ ਪਦਾਰਥਾਂ ਦੇ ਲਈ ਫਿਰ ਉੱਡਦਾ ਨਹੀਂ ਹੈ, ਭਟਕਦਾ ਨਹੀਂ ਹੈ। ਉਹਦੇ ਜੀਵਨ ਦੇ ਅੰਦਰ ਟਿਕਾ ਹੈ ਜਿਹੜਾ ਉਹ ਬਣਿਆ ਰਹਿੰਦਾ ਹੈ ਅਤੇ ਇਸ ਵਾਸਤੇ ਜਨਮ ਮਰਨ ਦੇ ਗੇੜ ਤੋਂ ਫਿਰ ਉਹ ਬਚਿਆ ਰਹਿੰਦਾ ਹੈ ਕਿ ਉਸ ਨੂੰ ਫਿਰ ਨਾ ਤੇ ਆਤਮਿਕ ਮੌਤ ਨੇੜੇ ਨਹੀਂ ਆਉਂਦੀ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਅਤੇ ਫਿਰ ਇਸ ਤਰੀਕੇ ਦੇ ਨਾਲ ਗੁਰੂ ਦੇ ਭਾਣੇ ਅਨੁਸਾਰ ਨਾਮ ਵਿੱਚ ਜੁੜ ਕੇ
ਨਿਜ ਘਰ ਵਾਸਾ ਪਾਇਆ, ਉਸ ਨੂੰ ਆਪਣੇ ਅਸਲ ਘਰ ਭਾਵ ਮਾਲਕ ਦੇ ਚਰਨਾਂ ਵਿੱਚ ਫਿਰ ਨਿਵਾਸ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ, ਮਿਲਿਆ ਰਹਿੰਦਾ ਹੈ। ਹਰ ਹਰ ਨਾਮ ਸਮਾਏ, ਉਹ ਸਦਾ ਮਾਲਕ ਦੇ ਨਾਮ ਵਿੱਚ ਫਿਰ ਲੀਨ ਰਹਿੰਦਾ ਹੈ, ਜੁੜਿਆ ਹੀ ਰਹਿੰਦਾ ਹੈ। ਕਦੇ ਵੀ ਮਾਲਕ ਦੀ ਯਾਦ ਨੂੰ, ਮਾਲਕ ਦੇ ਹੁਕਮ ਨੂੰ ਉਹ ਭੁਲਾਉਂਦਾ ਨਹੀਂ ਹੈ। ਮਨ ਰੇ ਗੁਰ ਕੀ ਕਾਰ ਕਮਾਏ, ਇਸ ਪੰਕਤੀ ਦੇ ਅਰਥ ਕੀ ਹੋਣਗੇ ਜੀ? ਮਨ ਰੇ ਭਾਵ ਹੈ ਮੇਰੇ ਮਨ, ਗੁਰ ਕੀ ਕਾਰ ਕਮਾਏ, ਗੁਰੂ ਦੀ ਦੱਸੀ ਹੋਈ ਕਾਰ ਕਰ, ਭਾਵ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਹੁਕਮ ਵਿੱਚ ਜਿਹੜਾ ਹੈ ਤੂੰ ਕਿਰਤਕਾਰ ਕਰਨੀ ਕਰ। ਜੀਵਨ ਦੀ ਕਾਰ ਹੈ ਜਿਹੜੀ ਉਹ ਗੁਰੂ ਦੇ ਦੱਸੇ ਅਨੁਸਾਰ ਕਰ। ਮਨ ਰੇ ਗੁਰ ਕੀ ਕਾਰ ਕਮਾਏ, ਗੁਰੂ ਦੇ ਦੱਸੇ ਅਨੁਸਾਰ ਹੈ ਜਿਹੜੀ ਉਹ ਕਾਰ ਕਰ, ਆਪਣੇ ਜੀਵਨ ਦੀ ਜਿਹੜੀ ਹੈ ਕਾਰ ਕਿਰਤ ਹੈ ਉਹ ਕਰਨੀ ਕਰ। ਗੁਰ ਕੈ ਭਾਣੈ ਜੇ ਚੱਲੈ, ਤਾਂ ਅਨ ਦਿਨ ਰਾਚੈ ਹਰ ਨਾਏ। ਹੁਣ ਪਾਤਸ਼ਾਹ ਜੀ ਵੇਖੋ ਕਿੰਨੀ ਰਹਿਮਤ ਕਰ ਰਹੇ ਹਨ। ਅਨ ਦਿਨ ਰਾਚੈ ਹਰ ਨਾਏ ਰਹਾਓ, ਕਿ ਜੇ ਤੂੰ ਗੁਰੂ ਦੇ ਹੁਕਮ ਵਿੱਚ ਤੁਰੇਂਗਾ, ਗੁਰ ਕੈ ਭਾਣੈ, ਕਿ ਜੇਕਰ ਆਪਾਂ ਬਹੁਤੀ ਵਾਰ ਦੇਖਦੇ ਹਾਂ ਜਦੋਂ ਦੁਲਾਵਾਂ ਨਾਲ ਆਉਂਦਾ ਹੈ ਉਦੋਂ ਬਹੁਤੀ ਵਾਰ ਜੇ ਨਾਲ ਅਰਥ ਹੁੰਦੇ ਆ। ਸਤਿਗੁਰੂ ਜੀ ਆਖਣ ਲੱਗੇ ਕਿ ਜੇ ਤੂੰ ਗੁਰੂ ਦੇ ਹੁਕਮ ਵਿੱਚ ਤੁਰੇਂਗਾ, ਜੇ ਭਾਵ ਗੁਰ ਕੈ ਭਾਣੇ ਜੇ ਚੱਲੇ, ਜੇ ਚੱਲੇਂਗਾ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਹੁਕਮ ਵਿੱਚ, ਤਾਂ ਅਨ ਦਿਨ ਰਾਚੈ ਹਰ ਨਾਏ, ਤਾਂ ਤੂੰ ਹਰ ਵੇਲੇ ਪ੍ਰਮਾਤਮਾ ਦੇ ਨਾਮ ਵਿੱਚ ਰਚਿਆ ਰਹੇਂਗਾ, ਜੁੜਿਆ ਰਹੇਂਗਾ, ਲੀਨ ਰਹੇਂਗਾ। ਮਾਲਕ ਦੇ ਹੁਕਮ ਵਿੱਚ ਤੇਰੀ ਪ੍ਰੀਤ ਹੈ ਜਿਹੜੀ ਉਹ ਬਣੀ ਰਹੇਗੀ। ਜੇ ਚੱਲੈ ਤਾਂ ਅਨ ਦਿਨ ਰਾਚੈ ਹਰ ਨਾਏ, ਸਦਾ ਹੀ ਫਿਰ ਉਹਦੇ ਵਿੱਚ ਤੂੰ ਰਚਿਆ ਰਹੇਂਗਾ। ਪਰ ਜੇ ਗੁਰੂ ਦੇ ਭਾਣੇ ਵਿੱਚ ਨਾ ਤੁਰਿਆ ਜਾਏ ਤੇ ਫਿਰ ਅਸੀਂ ਕਾਹਦੇ ਵਿੱਚ ਰਚੇ ਰਹਿੰਦੇ ਹਾਂ? ਵਿਕਾਰਾਂ ਦੇ ਵਿੱਚ, ਮਾਇਆ ਦੇ ਵਿੱਚ। ਸਾਡਾ ਧਿਆਨ ਹੈ ਉਹ ਫਿਰ ਜਾਂ ਤੇ ਮਾਇਆ ਦੇ ਵੱਲ ਰਹਿੰਦਾ ਹੈ ਤੇ ਜਾਂ ਵਿਕਾਰਾਂ ਦੇ ਵੱਲ ਹੀ ਜਿਹੜਾ ਉਹ ਰਹਿੰਦਾ ਹੈ। ਰਹਾਉ ਪੰਖੀ ਬਿਰਖ ਸੁਹਾਵੜੇ, ਉੱਡਹਿ ਚੌਂ ਦਿਸ਼ ਜਾਹੇ। ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਪੰਖੀ ਬਿਰਖ ਸੁਹਾਵੜੇ। ਪਹਿਲਾਂ ਆਇਆ ਸੀ ਸੁਹਾਵੜਾ, ਇੱਕ ਦੀ ਗੱਲ ਸੀ, ਹੁਣ ਸੁਹਾਵੜੇ ਤੋਂ ਭਾਵ ਬਹੁਵਚਨ ਹੋ ਗਿਆ, ਜ਼ਿਆਦਿਆਂ ਦੀ ਗੱਲ ਹੈ। ਕਿ ਜਿਹੜੇ ਜੀਵ ਪੰਛੀ ਆਪੋ ਆਪਣੇ ਸਰੀਰ ਰੁੱਖਾਂ ਉੱਤੇ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਨੇ, ਕਿ ਆਪੋ ਆਪਣੇ ਸਰੀਰ ਦੇ ਵਿੱਚ ਜੀਵ ਹੈ ਜਿਹੜਾ ਉਹ ਸ਼ੋਭਦਾ ਤੇ ਸੋਹਣਾ ਤੇ ਬਹੁਤ ਲੱਗਦਾ ਹੈ। ਪਰ ਪਾਤਸ਼ਾਹ ਜੀ ਆਖਦੇ ਹਨ ਉੱਡੈ ਦਾ ਚੌਂ ਦਿਸ਼ ਜਾਹੇ, ਅਤੇ ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ, ਪਰ ਦੁਨਿਆਵੀ ਪਦਾਰਥਾਂ ਦੇ ਚੋਗੇ ਪਿੱਛੇ, ਦੁਨੀਆ ਦੇ ਧਨ ਪਦਾਰਥ ਹੀ ਇਕੱਠੇ ਕਰਨ ਵਾਸਤੇ ਜਿਹੜੇ ਨਾਲ ਨਹੀਂ ਨਿਭਣੇ, ਅਤੇ ਹੋਰ ਕੀ ਕਿ ਵਿਕਾਰਾਂ ਦੇ ਵਿੱਚ, ਮਾਇਆ ਦੇ ਮੋਹ ਵਿੱਚ ਹੀ ਜਿਹੜੇ ਹਨ ਉਹ ਮਾਇਆ ਦੇ ਚੋਗੇ ਪਿੱਛੇ ਹੀ, ਕਿ ਜਿੱਧਰ ਮਾਇਆ ਲੈ ਕੇ ਜਾਂਦੀ ਹੈ ਉੱਧਰ ਨੂੰ ਉੱਡ ਪੈਂਦੇ ਹੈ, ਉੱਧਰ ਨੂੰ ਚਲੇ ਜਾਂਦੇ ਹੈ, ਅਤੇ ਇਸੇ ਚੋਗੇ ਦੇ ਪਿੱਛੇ ਉੱਡਦੇ ਫਿਰਦੇ ਹਨ ਅਤੇ ਚੌਂ ਹੀ ਪਾਸੀਂ ਫਿਰ ਉਹ ਭਟਕਦੇ ਨੇ, ਭਟਕਦੇ ਰਹਿੰਦੇ ਹੈ। ਕਿਉਂਕਿ ਮਨੁੱਖ ਦੇ ਜੀਵਨ ਵਿੱਚ ਭਟਕਣਾ ਬਣਦੀ ਉਦੋਂ ਹੈ ਜਦੋਂ ਉਹਦੇ ਜੀਵਨ ਵਿੱਚ ਟਿਕਾ ਨਹੀਂ ਹੈ। ਜਿਹੜਾ ਟਿਕਿਆ ਹੋਏਗਾ, ਜਿਹੜਾ ਸੰਤੋਖੀ ਹੋਏਗਾ, ਉਹ ਇਹ ਆਖੇਗਾ ਕਿ ਬਹੁਤ ਜੋ ਮਾਲਕ ਦਾ ਦਿੱਤਾ ਬੜਾ ਹੈ, ਹੁਣ ਜਿਤਨਾ ਬਖਸ਼ਿਆ ਹੈ ਉਸੇ ਅਨੁਸਾਰ ਆਪਣੀਆਂ ਲੋੜਾਂ ਨੂੰ ਸੀਮਤ ਕਰਕੇ ਜਿਹੜਾ ਹੈ ਉਹ ਜੀਵਨ ਬਸਰ ਕਰੀਏ। ਕਿਉਂਕਿ ਕੈਸਾ ਹੁੰਦਾ ਹੈ ਨਾ, ਇੱਕ ਹੁੰਦਾ ਹੈ ਸੰਤੋਖੀ ਜੀਵਨ, ਉਹਦੇ ਵਿੱਚ ਟਿਕਾ ਬਹੁਤ ਹੁੰਦਾ ਹੈ, ਕਿ ਕਿਸੇ ਵੀ ਤਰੀਕੇ ਦਾ ਉਹਦੇ ਵਿੱਚ ਕੀ ਹੈ ਵਿਖਾਵਾ ਨਹੀਂ ਹੁੰਦਾ। ਕਿਉਂਕਿ ਮਨੁੱਖ ਫਸਦਾ ਉਦੋਂ ਹੀ ਹੈ ਜਦੋਂ ਵਿਖਾਵੇ ਵਾਲੇ ਪਾਸੇ ਨੂੰ ਜਾਂਦਾ ਹੈ।
ਉਦੋਂ ਹੀ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਦਾ ਹੈ। ਪਰ ਜੇ ਸੰਤੋਖੀ ਹੋਏ ਤੇ ਉਹ ਆਪੇ ਮਾਲਕ ਦਾ ਸ਼ੁਕਰਾਨੇ 'ਚ ਰਹੇਗਾ ਕਿ ਮਾਲਕਾ ਜੋ ਤੂੰ ਬਖਸ਼ਿਆ ਬਹੁਤ ਆਨੰਦ ਹੈ। ਉਹ ਆਪਣੇ ਅੰਦਰ ਟਿਕਿਆ ਹੁੰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਆਖਦੇ ਫਿਰ ਜਿਹੜੇ ਇਹ ਜੀਵ ਪੰਛੀ ਨੇ ਸਰੀਰ ਰੂਪ ਦੇ ਵਿੱਚ ਸ਼ੋਭਦੇ ਹਨ, ਕਿਉਂਕਿ ਭਾਵੇਂ ਮਨਮੁਖ ਹੈ ਤੇ ਭਾਵੇਂ ਗੁਰਮੁਖ ਹੈ, ਸਰੀਰ ਤਾਂ ਦੋਵਾਂ ਦੇ ਇੱਕੋ ਜਿਹੇ ਨੇ, ਦੋ ਦੋ ਅੱਖਾਂ ਨੇ, ਉਸੇ ਤਰ੍ਹਾਂ ਸਾਰੇ ਹੱਥ ਪੈਰ ਇੱਕੋ ਜਿਹੇ ਨੇ। ਪਰ ਫਰਕ ਕੀ ਹੈ ਕਿ ਅੰਦਰ ਦੀ ਬਿਰਤੀ ਹੈ ਕਿ ਉਹਨਾਂ ਦਾ ਪੰਛੀ ਹੈ, ਜਿਹੜਾ ਜੀਵ ਪੰਛੀ ਹੈ ਉਹ ਮਾਇਆ ਦੇ ਪਿੱਛੇ ਦੌੜਦਾ ਹੈ, ਤੇ ਜਿਹੜਾ ਸੰਤੋਖੀ ਹੈ ਗੁਰਮੁਖ ਹੈ ਉਹ ਟਿਕਿਆ ਰਹਿੰਦਾ ਹੈ। ਉਹ ਇਸੇ ਕਰਕੇ ਪਾਤਸ਼ਾਹ ਜੀ ਆਖਦੇ ਹਨ ਫਿਰ ਉਹ ਚੌਹੀਂ ਪਾਸੀਂ ਜਿਹੜੇ ਉਹ ਦੌੜਦੇ ਰਹਿੰਦੇ ਹਨ ਅਤੇ ਉੱਡੈ ਚੌਂ ਦਿਸ਼ ਜਾਹੇ, ਉਹ ਭੱਜਦੇ ਰਹਿੰਦੇ ਹੈ। ਉਹਨਾਂ ਦਾ ਮਨ ਵੀ ਟਿਕਦਾ ਨਹੀਂ ਹੈ ਤੇ ਉਹ ਆਪ ਵੀ ਟਿਕਦੇ ਨਹੀਂ ਹਨ। ਜੇਤਾ ਉੱਡਹਿ ਦੁਖ ਕਣੇ ਨਿਤ ਦੱਜਹਿ ਤੈ ਬਿਲ ਲਾਹੇ। ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਸ਼ਬਦ ਵਰਤਿਆ ਹੈ ਦਾਜੈ ਤੈ ਬਿਲ ਲਾਹੇ। ਇਹ ਦੋਵਾਂ ਸ਼ਬਦਾਂ, ਬਹੁਤੀ ਵਾਰ ਸ਼ਬਦ ਤੇ ਵੀ ਆਉਂਦਾ ਗੁਰਬਾਣੀ ਦੇ ਵਿੱਚ, ਇੱਕ ਲਾਂ ਦੇ ਨਾਲ ਆਉਂਦਾ, ਇੱਥੇ ਦੁਲਾਂ ਦੇ ਨਾਲ। ਇਹਦਾ ਅਰਥ ਹੈ ਅਤੇ। ਅਤੇ ਜਦੋਂ ਇੱਕ ਲਾਂ ਆਵੇਗੀ ਉਹਦਾ ਅਰਥ ਹੋਏਗਾ ਤੂੰ। ਤੋਂ ਤੱਤੇ ਨੂੰ ਹੋੜਾ ਨਾਲ ਬਿੰਦੀ ਤੋਂ। ਅਤੇ ਜਦੋਂ ਦੋ ਦਲਾਵਾਂ ਆਉਣਗੀਆਂ ਤੱਤੇ ਦੇ ਉੱਤੇ, ਉਹਦਾ ਅਰਥ ਬਹੁਤੀ ਵਾਰ ਅਤੇ ਹੋਵੇਗਾ। ਇਹ ਅਸੀਂ ਖਿਆਲ ਰੱਖਣਾ ਹੈ। ਤੈ ਅਤੇ ਜਿਹੜਾ ਹੈ ਤੇ। ਪਰ ਜਦੋਂ ਤੱਤੇ ਨੂੰ ਦੋ ਦਲਾਵਾਂ ਨੇ, ਜੇਕਰ ਨਾਸਕੀ ਉਚਾਰਨ ਹੋਏਗਾ ਤੇ ਉਦੋਂ ਅਰਥ ਕੀ ਹੋ ਜਾਂਦਾ? ਤੈਂ, ਤੇਰਾ। ਠੀਕ ਹੈ, ਇਹ ਅਸੀਂ ਖਿਆਲ ਰੱਖਣਾ ਹੈ ਇਹਨਾਂ ਚੀਜ਼ਾਂ ਦਾ। ਹੁਣ ਪਾਤਸ਼ਾਹ ਜੀ ਆਖ ਰਹੇ ਹਨ ਜੇਤਾ ਉੱਡੈ, ਕਿ ਜਿੰਨਾ ਉਹ ਮਾਇਕ ਪਦਾਰਥਾਂ ਦੇ, ਦੁਨਿਆਵੀ ਪਦਾਰਥਾਂ ਦੇ ਪਿੱਛੇ ਉੱਡਦੇ ਨੇ, ਭਾਵ ਦੌੜਦੇ ਹਨ, ਭੱਜਦੇ ਹਨ, ਦੁੱਖ ਘਣੇ, ਓਨਾ ਹੀ ਜਿਹੜਾ ਉਹਨਾਂ ਨੂੰ ਵਧੀਕ ਦੁੱਖ ਹੈ ਉਹ ਸਹਾਰਨਾ ਪੈਂਦਾ ਹੈ, ਕਿ ਓਨਾ ਹੀ ਜ਼ਿਆਦਾ ਦੁੱਖ ਫਿਰ ਉਹਨਾਂ ਨੂੰ ਸਹਾਰਨਾ ਪੈਂਦਾ ਹੈ। ਅਤੇ ਉਹ ਸਦਾ ਹੀ ਖਿੱਚਦੇ ਰਹਿੰਦੇ ਹੈ। ਨਿਤ ਦੱਜਹਿ ਤੈਂ ਬਿਲ ਲਾਹੇ, ਭਾਵ ਸਦਾ ਹੀ ਖਿੱਚਦੇ ਰਹਿੰਦੇ ਹੈ, ਤੇ ਬਿਲ ਲਾਹੇ ਤੋਂ ਭਾਵ ਵਿਲਕਦੇ ਰਹਿੰਦੇ ਹੈ। ਕਿ ਸਹਿਜੇ ਹੈ ਕਿ ਜਦੋਂ ਕੋਈ ਪੰਛੀ ਆਪਣੇ ਆਲ੍ਹਣੇ ਤੋਂ ਦੂਰ ਚਲਾ ਜਾਏ, ਕਿ ਇੱਕ ਤਾਂ ਪੰਛੀ ਉਹ ਹੈ ਕਿ ਜਿਹੜਾ ਨੇੜੇ ਤੇੜੇ ਆਪਣੇ ਆਲ੍ਹਣੇ ਦੀ ਰੇਂਜ ਦੇ ਨੇੜੇ ਭੋਜਨ ਜਿਹੜਾ ਵੀ ਮਿਲ ਗਿਆ ਉਹਨੇ ਛਕ ਲਿਆ ਤੇ ਆ ਕੇ ਆਪਣੇ ਆਲ੍ਹਣੇ ਦੇ ਵਿੱਚ ਜਿਹੜਾ ਹੈ ਉਹ ਬੈਠ ਗਿਆ। ਪਰ ਹੁਣ ਕਈ ਅਜਿਹੇ ਵੀ ਹੁੰਦੇ ਹੈ ਕਿ ਜਿਹੜੇ ਦੂਰ ਦੂਰ ਜਾਂਦੇ ਹੈ, ਕਈ ਵਾਰ ਆਪਣੇ ਆਲ੍ਹਣਾ ਹੀ ਭੁੱਲ ਜਾਂਦੇ ਹੈ, ਕਈ ਵਾਰ ਮੁੜ ਕੇ ਨਹੀਂ ਆਇਆ ਜਾਂਦਾ ਉਹਨਾਂ ਤੋਂ, ਕਿਉਂਕਿ ਉਹ ਬਹੁਤਾ ਚੰਗਾ ਜਾਂ ਜ਼ਿਆਦਾ ਭੋਜਨ ਖਾਣ ਦੀ ਤਾਕ ਦੇ ਵਿੱਚ ਆਪਣੇ ਘਰ ਤੋਂ ਬਹੁਤ ਦੂਰ ਨਿਕਲ ਜਾਂਦੇ ਹੈ। ਇਹੀ ਅਰਥ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਿਹੜੇ ਸੰਤੋਖੀ ਜੀਵਨ ਵਾਲੇ ਹੈ ਉਹ ਆਪਣੇ ਸਰੀਰ ਦੇ ਵਿੱਚ ਸ਼ੋਭਦੇ ਨੇ, ਭਾਵ ਕਿ ਇਹ ਆਲ੍ਹਣਾ ਜਿਹੜਾ ਹੈ ਆਪਣਾ ਬਹੁਤੀ ਦੂਰ ਛੱਡ ਕੇ ਨਹੀਂ ਜਾਂਦੇ। ਪਰ ਜਿਹੜੇ ਮਨਮੁਖ ਹੁੰਦੇ ਹੈ, ਜਿਹੜੇ ਦੁਨਿਆਵੀ ਪਦਾਰਥਾਂ ਪਿੱਛੇ ਦੌੜਦੇ ਰਹਿੰਦੇ ਹੈ, ਉਹਨਾਂ ਦਾ ਫਿਰ ਸੁੱਖ ਚੈਨ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ। ਉਹਨਾਂ ਦਾ ਜਿਹੜਾ ਹੈ ਦੁੱਖ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਹੀ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹੈ। ਫਿਰ ਉਹ ਵਿਲਕਦੇ ਵੀ ਹੈ ਅਤੇ ਖਿੱਚਦੇ ਵੀ ਹਨ। ਬਿਨ ਗੁਰ ਮਹਿਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਹੇ। ਬਿਨ ਗੁਰ ਮਹਿਲ ਨਾ ਜਾਪਈ, ਜਾਪਈ ਤੋਂ ਭਾਵ ਜਾਪਦਾ ਹੈ, ਦਿਸਦਾ ਹੈ, ਜਾਪਦਾ ਹੈ, ਦਿਸਦਾ ਹੈ, ਜਾਪੈ, ਜਾਪਈ, ਇਹ ਸਾਰੇ ਹੀ ਇਸ ਸ਼ਬਦ ਦੇ ਅਰਥ ਜਿਹੜੇ ਹਨ। ਭਾਵ ਕਿ ਜਾਪਦਾ ਹੈ, ਜਿਵੇਂ ਕਹਿੰਦੇ ਕਿ ਉਹ ਦੂਰ ਕੁਛ ਲੱਗਦਾ ਮੈਨੂੰ, ਜਾਪਦਾ ਹੈ ਕਿ ਉਹੀ ਹੈ, ਕਿ ਪਛਾਣ ਕਰਨੀ,
ਦੂਰੋਂ ਕਿਸੇ ਚੀਜ਼ ਦਾ ਅੰਦਾਜ਼ਾ ਲਾਉਣਾ ਅਸੀਂ ਆਖਦੇ ਕਿ ਲੱਗਦਾ ਤੇ ਉਹੀ ਹੈ, ਮੈਨੂੰ ਜਾਪਦਾ ਤੇ ਉਹੀ। ਇਹ ਆਮ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ, ਭਾਵ ਮੈਨੂੰ ਦਿਸਦਾ ਤੇ ਉਹੀ ਹੈ। ਹੁਣ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਕਿ ਫਿਰ ਜਿਹੜੇ ਪੰਛੀ ਜੀਵ ਨੇ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਪੈਂਦੇ, ਭਾਵ ਬਿਨ ਗੁਰ ਮਹਿਲ ਨਾ ਜਾਪਈ, ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਪਰਮਾਤਮਾ ਦਾ ਟਿਕਾਣਾ ਨਹੀਂ ਦਿਸਦਾ। ਕਿ ਜਿੰਨਾ ਚਿਰ ਉਹ ਪੰਛੀ ਜੀਵ ਹੈ, ਜਿਹੜਾ ਭਾਵ ਮਨੁੱਖ ਹੈ, ਜੀਵ ਹੈ, ਸੱਚੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਉਹਨਾਂ ਸਮਾਂ ਉਹਨੂੰ ਆਪਣੇ ਮੂਲ ਦੀ ਪਛਾਣ ਨਹੀਂ ਆਉਂਦੀ। ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਇਹ ਜੀਵਨ ਜਿਉਣਾ ਕਿਵੇਂ ਹੈ, ਮੈਨੂੰ ਇਹ ਜੀਵਨ ਕਾਹਦੇ ਵਾਸਤੇ ਮਿਲਿਆ। ਇਹ ਮੈਂ ਦੂਜੇ ਜੀਵਾਂ ਦੇ ਨਾਲੋਂ, ਭਾਵੇਂ ਪੰਛੀ ਹੋਣ, ਭਾਵੇਂ ਉਹ ਜਾਨਵਰ ਹੋਣ, ਭਾਵੇਂ ਉਹ ਪਾਣੀ ਦੇ ਜੀਵ ਹੋਣ, ਉਹਨਾਂ ਨਾਲੋਂ ਵੱਖਰਾ ਕਿਉਂ ਹਾਂ। ਜਦੋਂ ਇਸ ਚੀਜ਼ ਦੀ ਸੋਝੀ ਮਨੁੱਖ ਨੂੰ ਫਿਰ ਪੈ ਜਾਂਦੀ ਹੈ ਤੇ ਉਦੋਂ ਆਪਣੇ ਆਪ ਆਪਣੇ ਮੂਲ 'ਤੇ ਆਉਂਦਾ ਹੈ। ਪਰ ਇਹ ਸੋਝੀ ਗੁਰੂ ਦੀ ਸ਼ਰਨ ਤੋਂ ਬਿਨਾਂ ਨਹੀਂ ਮਿਲਦੀ, ਭਾਵ ਮਾਲਕ ਦਾ ਦਰ ਟਿਕਾਣਾ ਗੁਰੂ ਦੀ ਸ਼ਰਨ ਤੋਂ ਬਿਨਾਂ ਨਹੀਂ ਦਿਸਦਾ। ਨਾ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਫਿਰ ਪ੍ਰਾਪਤ ਕਰ ਸਕਦੇ ਹੈ। ਸਹਿਜੇ ਹੈ ਕਿ ਜਿਹੜਾ ਵਿਕਾਰੀ ਮਨੁੱਖ ਹੈ, ਕਿ ਜਿਹਨੇ ਗੁਰੂ ਦਾ ਸ਼ਬਦ ਕਦੇ ਸਰਵਣ ਹੀ ਨਹੀਂ ਕੀਤਾ, ਉਹ ਵਿਕਾਰਾਂ ਦੇ ਵਿੱਚ ਹੀ ਲੱਗਾ ਰਿਹਾ, ਉਹਨੂੰ ਫਿਰ ਅੰਦਰ ਦੇ ਆਤਮਿਕ ਆਨੰਦ ਦਾ ਕੀ ਪਤਾ, ਅੰਦਰ ਦੀ ਸ਼ਾਂਤੀ ਸੰਤੋਖ ਦਾ ਉਹਨੂੰ ਕੀ ਪਤਾ। ਕਿਉਂਕਿ ਜੁਆਰੀ ਨੂੰ ਵੀ ਪਤਾ ਹੁੰਦਾ ਹੈ ਕਿ ਹੀਰੇ ਦੀ ਕੀਮਤ ਕੀ ਹੈ। ਨਹੀਂ ਤਾਂ ਆਪਣੇ ਵਰਗੇ ਤਾਂ ਹੀਰਾ ਵੀ ਕੱਚ ਸਮਝ ਕੇ ਸੁੱਟ ਦਿੰਦੇ ਆ ਕਿ ਨਹੀਂ ਨਹੀਂ ਇਹ ਵੀ ਕੱਚ ਹੀ ਹੈ, ਜਿਵੇਂ ਬਾਕੀ ਕੱਚ ਦੀਆਂ ਗੋਲੀਆਂ ਨੇ ਉਵੇਂ ਇਹ ਵੀ ਕੱਚ ਹੈ। ਪਰ ਜਿਹੜਾ ਜੁਆਰੀ ਹੋਏਗਾ ਉਹ ਪਛਾਣ ਲਏਗਾ ਨਾਲ ਦੀ ਨਾਲ। ਉਹ ਭਾਵੇਂ ਕੱਚ ਦਾ ਢੇਰ ਪਿਆ ਹੋਵੇ, ਉਹੋ ਜਿਹੇ ਪੀਸ ਬਣਾ ਕੇ ਰੱਖੇ, ਉਹਨੂੰ ਵਿੱਚੋਂ ਹੱਥ ਪਾ ਕੇ ਕੱਢ ਲਏਗਾ, ਨਹੀਂ ਕਿ ਆਹ ਹੀਰਾ ਹੈ। ਭਾਵ ਸਮਝ ਆ ਜਾਂਦੀ ਹੈ। ਜਿਹਨੂੰ ਗਿਆਨ ਹੈ ਉਹਨੂੰ ਪਤਾ ਹੁੰਦਾ ਹੈ ਕਿ ਆਤਮਿਕ ਆਨੰਦ ਕੀ ਹੈ ਤੇ ਦੁਨਿਆਵੀ ਦੁੱਖ ਜਿਹੜਾ ਉਹ ਕੀ ਹੈ। ਗੁਰਮੁਖ ਬ੍ਰਹਮ ਹਰਿਆਵਲਾ, ਸਾਚੈ ਸਹਿਜ ਸੁਭਾਏ। ਪਾਤਸ਼ਾਹ ਜੀ ਆਖ ਰਹੇ ਹਨ, ਗੁਰਮੁਖ ਬ੍ਰਹਮ ਹਰਿਆਵਲਾ, ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਗੁਰਮੁਖ ਹੈ ਜਿਹੜਾ, ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਬ੍ਰਹਮ ਭਾਵ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਅਤੇ ਹਰਿਆਵਲਾ, ਇੰਜ ਮਾਨੋ ਕਿ ਉਹ ਇੱਕ ਹਰਾ ਭਰਾ ਰੁੱਖ ਹੈ। ਕਿ ਸਹਿਜੇ ਹੈ ਕਿ ਹੁਣ ਹਰੇ ਭਰੇ ਜਦੋਂ ਗਰਮੀ ਹੋਏ ਜਾਂ ਸਮੇਂ ਦੀ ਨਜ਼ਾਕਤ ਹੋਏ ਜਾਂ ਸਾਡੀ ਅੱਜ ਦੀ ਮੁੱਖ ਲੋੜ ਲਾ ਲਈਏ, ਤੇ ਦਰਖਤਾਂ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ। ਭਾਵੇਂ ਉਹ ਫਲਦਾਰ ਰੁੱਖ ਹੋਏ ਤੇ ਭਾਵੇਂ ਕੋਈ ਹੋਰ ਜਿਹੜਾ ਨਹੀਂ ਫਲ ਸਾਡੇ ਖਾਣ ਯੋਗ ਜਾਂ ਵਰਤਣ ਯੋਗ, ਭਾਵੇਂ ਕਿ ਹਰ ਇੱਕ ਪੌਦੇ ਦੇ ਅੰਦਰ ਬਹੁਤ ਤਰ੍ਹਾਂ ਦੀ ਜਿਹੜੀਆਂ ਨੇ ਜੜੀਆਂ ਬੂਟੀਆਂ ਦੇ ਰੂਪ ਵਿੱਚ ਵਰਤਿਆ ਜਾਂਦਾ, ਪਰ ਉਹ ਤਾਂ ਵੈਦ ਹੀ ਜਾਣਦਾ ਨਾ ਕਿ ਉਹਦੇ ਵਿੱਚ ਕੀ ਹੈ, ਉਹਦੀ ਛਿੱਲ ਵਿੱਚ ਕੀ, ਫਲਕ ਵਿੱਚ ਕੀ। ਕਹਿਣ ਤੋਂ ਭਾਵ ਹੈ ਕਿ ਫਿਰ ਉਹ ਇੱਕ ਹਰੇ ਭਰੇ ਬੂਟੇ ਵਰਗਾ ਜਾਪਦਾ ਹੈ। ਆਪਾਂ ਆਪਣੇ ਘਰ ਦੇ ਵਿੱਚ ਹੀ ਭਾਵੇਂ 2 ਰੁੱਖ ਲਗਾਏ ਹੋਣ, ਇੱਕ ਸੁੱਕ ਜਾਏ ਤੇ ਦੂਜਾ ਹਰਾ ਭਰਿਆ ਖੜਾ ਹੋਵੇ, ਅਸੀਂ ਕਿਹਨੂੰ ਜ਼ਿਆਦਾ ਮਹੱਤਵ ਦੇਵਾਂਗੇ? ਹਰੇ ਨੂੰ ਦੇਵਾਂਗੇ ਨਾ, ਕਿ ਬਹੁਤ ਸੋਹਣਾ ਲੱਗਦਾ, ਇਹਨੂੰ ਫੁੱਲ ਬੜੇ ਸੋਹਣੇ ਲੱਗੇ, ਇਹਨੂੰ ਫਲ ਬੜਾ ਵਧੀਆ ਲੱਗਦਾ ਹੈ। ਤੇ ਜਿਹੜਾ ਸੁੱਕਾ ਹੋਏਗਾ ਉਹਦਾ ਕੀ ਕਰਾਂਗੇ? ਅਸੀਂ ਝੱਟ ਪੁੱਟਾਂਗੇ ਜਾਂ ਚੁੱਲ੍ਹੇ 'ਚ ਦੇ ਦਿਆਂਗੇ ਜਾਂ ਬਾਹਰ ਸੁੱਟ ਦਿਆਂਗੇ ਵੀ ਲੈ ਜਾ, ਇਹਦਾ ਕੋਈ ਕੰਮ ਨਹੀਂ। ਇਸੇ ਕਰਕੇ ਫਿਰ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹਦਾ ਜੀਵਨ ਹਰਾ ਭਰਿਆ ਹੋ ਜਾਂਦਾ ਹੈ। ਉਹਨੂੰ ਫਿਰ ਸਬਰ ਸੰਤੋਖ ਦਾ ਫਲ ਲੱਗਦਾ ਹੈ, ਉਹਨੂੰ ਫਿਰ ਆਤਮਿਕ ਜੀਵਨ ਦਾ ਜਿਹੜਾ ਫਲ ਲੱਗਦਾ ਹੈ ਉਹ ਹਮੇਸ਼ਾ ਹੀ ਖਿੜਿਆ ਰਹਿੰਦਾ। ਜਿਵੇਂ ਅਸੀਂ ਜਪਜੀ ਸਾਹਿਬ ਪਾਵਨ ਬਾਣੀ ਦੇ ਅੰਦਰ ਸਾਂਝ ਪਾ ਕੇ ਆਏ ਨਾ, ਨਾਨਕ ਭਗਤਾਂ ਸਦਾ ਵਿਗਾਸ, ਫਿਰ ਉਹ ਹਰੇ ਭਰੇ ਰੁੱਖ ਦੀ ਤਰ੍ਹਾਂ ਫਿਰ ਖਿੜਿਆ ਹੀ ਰਹਿੰਦਾ ਹੈ। ਬ੍ਰਹਮ ਹਰਿਆਵਲਾ, ਫਿਰ ਉਹ ਇੰਜ ਲੱਗਦਾ ਹੈ ਜਿਵੇਂ ਬਹੁਤ ਸੋਹਣਾ ਹਰਿਆ ਭਰਿਆ ਰੁੱਖ ਹੁੰਦਾ ਹੈ ਜਿਹੜਾ ਗੁਰੂ ਦੀ ਸ਼ਰਨ ਮਨੁੱਖ ਪੈਂਦਾ ਹੈ ਅਤੇ ਉਹ ਫਿਰ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਸਤਿਗੁਰੂ ਜੀ ਅੱਗੇ ਆਖ ਰਹੇ ਹਨ, ਗੁਰਮੁਖ ਬ੍ਰਹਮ ਹਰਿਆਵਲਾ, ਸਾਚੈ ਸਹਿਜ ਸੁਭਾਏ। ਉਹ ਵਡਭਾਗੀ ਮਨੁੱਖ ਫਿਰ ਸਦਾ ਥਿਰ ਪ੍ਰਭੂ ਦੇ ਵਿੱਚ ਜੁੜਿਆ ਰਹਿੰਦਾ ਹੈ,
ਆਤਮਿਕ ਅਡੋਲਤਾ ਦੇ ਵਿੱਚ ਫਿਰ ਟਿਕਿਆ ਰਹਿੰਦਾ ਹੈ, ਟਿਕਿਆ ਰਹਿੰਦਾ, ਜੁੜਿਆ ਹੀ ਰਹਿੰਦਾ ਹੈ ਉਸ ਮਾਲਕ ਦੇ ਨਾਮ ਵਿੱਚ ਅਤੇ ਉਹਦੇ ਪ੍ਰੇਮ ਵਿੱਚ ਹੀ ਮਗਨ ਰਹਿੰਦਾ ਹੈ, ਜੁੜਿਆ ਰਹਿੰਦਾ, ਟਿਕਿਆ ਰਹਿੰਦਾ ਹੈ। ਉਹਦੇ ਜੀਵਨ ਦੇ ਵਿੱਚ ਭਾਵੇਂ ਦੁਨਿਆਵੀ ਦੁੱਖ ਲੱਖਾਂ ਆ ਜਾਣ ਫਿਰ ਵੀ ਟਿਕਾ ਹੈ ਉਹਦਾ, ਕਦੇ ਹਿੱਲਦਾ ਨਹੀਂ ਹੈ, ਉਹ ਡੋਲਦਾ ਨਹੀਂ ਹੈ। ਕਿ ਜਿਵੇਂ ਆਮ ਆਪਾਂ ਦੇਖ ਲੈਂਦੇ ਹਨ ਕਿ ਕੋਈ ਵੀ ਕੰਮ ਹੋਏ ਜਾਂ ਅਸੀਂ ਇੰਜ ਆਖ ਲਈ ਕੋਈ ਵੀ ਇਮਾਰਤ ਖੜੀ ਕਰੀਏ, ਜੇ ਉਹਦੀ ਨੀਂਹ ਤੇ ਉਹ ਪੂਰੇ ਮਜ਼ਬੂਤ ਤਰੀਕੇ ਨਾਲ ਬਣਾਈ ਹੋਏ, ਕਦੇ ਵੀ ਭਾਵੇਂ ਲੱਖ ਜਿਹੜੇ ਉਹ ਭੁਚਾਲ ਆ ਜਾਣ ਉਹਨੂੰ ਹਿਲਾ ਨਹੀਂ ਸਕਦੇ, ਉਹ 'ਤੇ ਕੋਈ ਪ੍ਰਭਾਵ ਨਹੀਂ, ਉਹ ਆਪਣੀ ਆਪ ਸਾਡੀ ਵੀ ਰੱਖਿਆ ਕਰਦਾ ਹੈ ਅਤੇ ਨਾਲ ਹੈ ਆਪ ਵੀ ਡੋਲਦਾ ਨਹੀਂ। ਉਹ ਇਸ ਤਰੀਕੇ ਦੇ ਨਾਲ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਮਾਲਕ ਦਾ ਰੂਪ ਹੋ ਜਾਂਦਾ ਹੈ, ਗੁਰੂ ਦੀ ਸ਼ਰਨ ਪੈ ਕੇ ਫਿਰ ਉਹ ਕਦੇ ਵੀ ਦੁਨਿਆਵੀ ਦੁੱਖਾਂ ਤੋਂ ਘਬਰਾਉਂਦਾ ਨਹੀਂ ਹੈ। ਸ਼ਾਖਾਂ ਤੀਨ ਨਿਵਾਰੀਆਂ ਏਕ ਸ਼ਬਦ ਲਿਵ ਲਾਏ। ਸ਼ਾਖਾਂ ਤੋਂ ਭਾਵ ਦਰਖਤ ਦੀਆਂ ਟਾਹਣੀਆਂ ਅਤੇ ਤੀਨ ਨਿਵਾਰੀਆਂ ਭਾਵ ਤਿੰਨ ਟਾਹਣੀਆਂ, ਮਾਇਆ ਦੇ ਜਿਹੜੇ ਤਿੰਨ ਗੁਣ ਨੇ, ਕਿ ਇਹ ਤਿੰਨ ਦਰਖਤ ਦੀਆਂ ਟਾਹਣੀਆਂ ਨੇ ਜਿਹੜੀਆਂ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੇ ਬਾਰੇ ਫਿਰ ਹੁਣ ਸਮਝਾਉਣਾ ਕਰ ਰਹੇ ਹਨ ਕਿ ਫਿਰ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ ਮਾਇਆ ਦੇ ਤਿੰਨ ਰੂਪ ਨੇ ਜਿਹੜੇ ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ, ਇਹ ਤਿੰਨ ਟਾਹਣੀਆਂ ਉਸ ਨੇ ਦੂਰ ਕਰ ਲਈਆਂ ਨੇ ਕਿ ਉਹਦੀਆਂ ਫਿਰ ਦੂਰ ਹੋ ਜਾਂਦੀਆਂ ਨੇ। ਇਹ ਜਿਹੜੀਆਂ ਜਿਹਨੂੰ ਕਹਿੰਦੇ ਨੇ ਕਈ ਐਕਸਟਰਾ ਟਾਹਣੀਆਂ ਵੀ ਹੁੰਦੀਆਂ, ਜਿਹਨੂੰ ਕੋਈ ਫੁੱਲ ਨਹੀਂ ਲੱਗਦਾ, ਕੋਈ ਫਲ ਨਹੀਂ ਲੱਗਦਾ, ਕੋਈ ਪੱਤਾ ਨਹੀਂ ਲੱਗਦਾ, ਕਿ ਇਹ ਜਿਹੜੀਆਂ ਉਹਦੀਆਂ ਐਕਸਟਰਾ ਟਾਹਣੀਆਂ ਹੁੰਦੀਆਂ ਨੇ ਸ਼ਾਖਾਂ ਤੀਨ ਨਿਵਾਰੀਆਂ, ਉਹ ਫਿਰ ਉਹਨੇ ਨਿਵਾਰੀਆਂ ਤੋਂ ਭਾਵ ਦੂਰ ਕਰ ਲਈਆਂ ਨੇ, ਭਾਵ ਜਿਨ੍ਹਾਂ ਦਾ ਕੋਈ ਕੰਮ ਨਹੀਂ, ਜਿਹੜਾ ਉਸ ਦਰਖਤ ਦੀ ਸ਼ੋਭਾ ਦੇ ਵਿੱਚ ਅੜਚਣ ਬਣਦੀਆਂ ਨੇ ਜਾਂ ਸੁੱਕੀਆਂ ਨੇ, ਉਹ ਕਿਸੇ ਰੋਗ ਕਰਕੇ ਸੁੱਕ ਜਾਣ, ਕਿ ਉਹਦੇ ਕਰਕੇ ਹੁੰਦਾ ਨਾ, ਮਾਲੀ ਹੁੰਦਾ ਜਦੋਂ ਉਹ ਸੁੱਕੀ ਟਾਹਣੀ ਹੋਵੇ ਨਾ, ਉਹ ਫਿਰ ਚੰਗੀ ਤਰ੍ਹਾਂ ਮੁੱਢ ਵਿੱਚੋਂ ਕਰਕੇ ਵੱਢ ਦਿੰਦਾ, ਨਾਲ ਥੋੜ੍ਹੀ ਜਿਹੀ ਹਰੀ ਵੀ ਵੱਢ ਦਿੰਦਾ ਕਿ ਇਹਨੂੰ ਜਿਹੜਾ ਰੋਗ ਲੱਗਿਆ ਹੈ ਉਹ ਬਾਕੀ ਦਰਖਤ ਨੂੰ ਨਾ ਲੱਗ ਜੇ, ਜਾਂ ਇਹ ਦਰਖਤ ਦੇ ਵਿੱਚ ਨਾ ਚਲੀ ਜਾਏ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਨੁਕਸਾਨ ਕਰੇਗੀ, ਲੱਕੜ ਚੰਗੀ ਨਹੀਂ ਬਣੇਗੀ। ਇਸ ਕਰਕੇ ਪਾਤਸ਼ਾਹ ਜੀ ਆਖੇ ਸ਼ਾਖਾਂ ਤੀਨ ਨਿਵਾਰੀਆਂ ਏਕ ਸ਼ਬਦ ਲਿਵ ਲਾਏ, ਕਿ ਫਿਰ ਉਹ ਮਾਲਕ ਦੇ ਨਾਮ ਵਿੱਚ ਸਿਫਤ ਸਲਾਹ ਵਿੱਚ ਜੁੜ ਕੇ ਆਪਣੀ ਸੁਰਤ ਨੂੰ ਜੋੜ ਕੇ ਇਹ ਮਾਇਆ ਦੇ ਤਿੰਨ ਗੁਣਾ ਰੂਪ ਜਿਹੜੀਆਂ ਟਾਹਣੀਆਂ ਨੇ, ਸ਼ਾਖਾਂ ਨੇ, ਉਸ ਨੇ ਦੂਰ ਕਰ ਲਈਆਂ ਨੇ, ਭਾਵ ਉਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਉਹ ਜੀਵ ਮਨੁੱਖ ਫਿਰ ਉੱਪਰ ਹੋ ਜਾਂਦਾ ਹੈ। ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖਵਾਏ। ਫਿਰ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜਿਹੜਾ ਮਾਲਕ ਦੇ ਨਾਮ ਵਿੱਚ ਸੁਰਤ ਜੋੜਦਾ ਹੈ ਕਿ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਸਿਰਫ ਇੱਕ ਨਾਮ ਫਲ ਲੱਗਦਾ ਹੈ, ਕਿ ਫਿਰ ਇੱਕ ਹੀ ਫਲ ਲੱਗਦਾ ਉਹਨੂੰ, ਕਿਹੜਾ, ਜਿਹੜਾ ਆਤਮਿਕ ਜੀਵਨ ਦਿੰਦਾ ਹੈ, ਜਿਹੜਾ ਸਾਡੇ ਜੀਵਨ ਦੇ ਵਿੱਚੋਂ ਇਹ ਤਿੰਨ ਗੁਣ, ਵਿਕਾਰ, ਮਾਇਆ ਦਾ ਮੋਹ, ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਅਤੇ ਆਤਮਿਕ ਜੀਵਨ ਦਾ ਇੱਕ ਫਲ ਲੱਗਦਾ ਹੈ ਜਿਹੜਾ ਕਦੇ ਨਾ ਖਤਮ ਹੋਣ ਵਾਲਾ ਹੁੰਦਾ ਹੈ, ਜਿਹੜਾ ਕਦੇ ਵੀ ਦੁਨਿਆਵੀ ਜਿਹੜੀਆਂ ਨੇ ਹਵਾਵਾਂ ਤੋਂ ਘਬਰਾਉਂਦਾ ਨਹੀਂ ਹੈ, ਇਹਨਾਂ ਦੇ ਨਾਲ ਉਹਨੂੰ ਫਰਕ ਨਹੀਂ ਪੈਂਦਾ, ਭਾਵ ਮਾਲਕ ਮਿਹਰ ਕਰਕੇ ਆਪ ਹੀ ਉਸ ਨੂੰ ਇਹ ਫਲ ਫਿਰ ਬਖਸ਼ ਦਿੰਦਾ ਹੈ। ਕਿਹੜਾ? ਨਾਮ ਦਾ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਫਲ ਹੈ, ਉਹ ਮਾਲਕ ਰਹਿਮਤ ਕਰਕੇ ਬਖਸ਼ ਦਿੰਦਾ ਹੈ। ਕਿ ਹੁਣ ਇਸ ਚੀਜ਼ ਨੂੰ ਜੇ ਅਸੀਂ ਆਪਣੇ ਇਤਿਹਾਸ ਵਿੱਚੋਂ ਵੇਖੀਏ ਨਾ, ਫਿਰ ਸਾਨੂੰ ਬੜੇ ਸੌਖੇ ਤਰੀਕੇ ਨਾਲ ਸਮਝ ਆਉਂਦੀ ਹੈ ਕਿ ਜਿਹੜੇ ਗੁਰਸਿੱਖ, ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ ਤਾਂ ਦੇਖੋ ਕਿ ਪੁਰਾਣਾ ਸਮਾਂ ਜਿਵੇਂ ਦਾ ਮਰਜ਼ੀ ਸੀ, ਪਰ ਜਦੋਂ ਗੁਰੂ ਦੀ ਸ਼ਰਨ ਲੈ ਲਈ ਹੈ
ਗੁਰੂ ਦੇ ਹੁਕਮ ਨੂੰ ਮੰਨ ਲਿਆ, ਸ਼ਬਦ ਨੂੰ ਹਿਰਦੇ 'ਚ ਵਸਾ ਲਿਆ, ਫਿਰ ਉਹਨਾਂ ਨੂੰ ਪ੍ਰਾਪਤੀ ਕਾਹਦੀ ਹੋਈ ਹੈ? ਆਤਮਿਕ ਜੀਵਨ ਦੀ। ਇਸ ਦੀ ਕਿ ਜਿਹੜਾ ਅਜਿਹਾ ਆਤਮਿਕ ਜੀਵਨ ਦਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ, ਫਿਰ ਭਾਵੇਂ ਪੁੱਤਰ ਵੀ ਹੈ ਜਿਹੜਾ ਉਹ ਸਾਹਮਣੇ ਜਿਉਂਦੇ ਦਾ ਕਲੇਜਾ ਚੀਰਿਆ ਜਾ ਰਿਹਾ, ਤਾਂ ਵੀ ਕੋਈ ਪ੍ਰਭਾਵ ਨਹੀਂ ਹੈ ਕਿ ਇਹੋ ਜਿਹਾ ਆਤਮਿਕ ਜੀਵਨ ਮਾਲਕ ਨੇ ਬਖਸ਼ ਦਿੱਤਾ ਹੈ। ਭਾਵੇਂ ਕਲੇਜਾ ਕੱਢ ਕੇ ਤੜਫਦੇ ਹੋਏ ਦਾ ਮੂੰਹ ਦੇ ਵਿੱਚ ਵੀ ਤੁੰਨਿਆ ਜਾ ਰਿਹਾ ਕਿ ਇਹੋ ਜਿਹਾ ਜੀਵਨ ਬਖਸ਼ਦਾ ਕਿ ਕੋਈ ਉਤਰਾਅ ਚੜ੍ਹਾਅ ਨਹੀਂ ਹੈ। ਅੱਖਾਂ ਦੇ ਵਿੱਚ ਲੱਗਦਾ ਹੈ ਕਿ ਅੱਖਾਂ ਜਿਹੜੀਆਂ ਉਹ ਬੜੀਆਂ ਡਰਾਉਣੀਆਂ ਲੱਗਦੀਆਂ ਨੇ ਜਲਾਦਾਂ ਨੂੰ, ਸਰੀਏ ਗਰਮ ਕਰਕੇ ਅੱਖਾਂ ਦੇ ਵਿੱਚ ਪਾ ਦਿੱਤੇ ਹੈ, ਪਰ ਫਿਰ ਵੀ ਡੋਲਦਾ ਨਹੀਂ ਹੈ, ਕਿਉਂਕਿ ਉਸ ਮਾਲਕ ਨੇ ਨਾਮ ਦੀ ਦਾਤ ਆਪਣੇ ਵਿੱਚ ਲੀਨਤਾ ਜਿਹੜੀ ਉਹ ਬਖਸ਼ੀ ਹੋਈ ਹੈ। ਦੁਨਿਆਵੀ ਦੁੱਖ ਆਉਂਦੇ ਤੇ ਬਹੁਤ ਨੇ, ਹੁਣ ਉਹਨਾਂ ਨਾਲੋਂ ਜ਼ਿਆਦਾ ਸਾਡੇ ਤੇ ਆ ਤਾਂ ਨਹੀਂ ਸਕਦੇ। ਜਮੂਰਾਂ ਦੇ ਨਾਲ ਮਾਸ ਖਿੱਚਦੇ ਆ ਸਰੀਰ ਦਾ। ਜਮੂਰ ਤਾਂ ਸਾਰਿਆਂ ਨੇ ਦੇਖਿਆ ਹੁੰਦਾ ਨਾ, ਕੋਈ ਚੁੰਝ ਜੀ ਬਣੀ ਹੁੰਦੀ ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਪਾ ਕੇ ਦੂਰੋਂ ਖਿੱਚ ਦਿੰਦੇ ਫੜ ਕੇ। ਕਿਹੋ ਜਿਹਾ ਸਮਾਂ ਹੋਏਗਾ, ਪਰ ਫਿਰ ਵੀ ਇੱਕੋ ਹੀ ਗੱਲ ਹੈ ਕਿ ਤੇਰਾ ਭਾਣਾ ਮਿੱਠਾ ਲੱਗ ਗਿਆ। ਬਸ ਤੇਰਾ ਭਾਣਾ ਹੈ, ਫਿਰ ਉਹਦੇ ਵਿੱਚ ਹੈ, ਇਹ ਹੈ ਨਾਮ ਫਲ, ਇਹ ਹੈ ਉਹ ਮਾਲਕ ਫਿਰ ਰਹਿਮਤ ਕਰਦਾ। ਰਜੋ ਤਮੋ ਸਤੋ ਗੁਣ ਤੋਂ ਉੱਪਰ ਦੀ ਅਵਸਥਾ ਦੇ ਵਿੱਚ ਜਦੋਂ ਫਿਰ ਜੀਵਨ ਉਹ ਬਣ ਜਾਂਦਾ ਹੈ। ਮਨ ਮੁਖ ਉਭੇ ਸੁੱਕ ਗਏ, ਨਾ ਫਲ ਤਿਨਾ ਛਾਉ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਦੇ, ਜਿਹੜੇ ਮਨਮੁਖ ਨੇ, ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ, ਜਿਹੜੇ ਸਿਰਫ ਆਪਣੇ ਮਨ ਪਿੱਛੇ ਤੁਰਦੇ ਐ, ਆਖਣ ਲੱਗੇ ਉਬੇ ਤੋਂ ਭਾਵ ਖੜੇ ਖੜੇ ਖਲੋਤੇ, ਕਿ ਖਲੋਤੇ ਉਹ ਮਾਨੋ ਉਹ ਰੁੱਖ ਹਨ ਜੋ ਖਲੋਤੇ ਖਲੋਤੇ ਸੁੱਕ ਗਏ ਆ, ਕਿ ਖੜੇ ਖੜੇ ਸੁੱਕ ਗਏ ਆ, ਉਬੇ ਸੁੱਕ ਗਏ, ਖੜੇ ਖਲੋਤੇ ਖਲੋਤੇ ਹੀ ਜਿਹੜੇ ਸੁੱਕ ਗਏ ਨੇ, ਫਿਰ ਉਹਨਾਂ ਨੂੰ ਨਾ ਕੋਈ ਫਲ ਲੱਗਦਾ ਹੈ ਤੇ ਨਾ ਹੀ ਉਹਨਾਂ ਦੀ ਛਾਂ ਹੁੰਦੀ। ਨਾ ਫਲ ਤੇ ਨਾ ਛਾਂ, ਨਾ ਉਹਨਾਂ ਨੂੰ ਕੋਈ ਫਲ ਤੇ ਨਾ ਫਿਰ ਉਹਨਾਂ ਦੀ ਕੋਈ ਛਾਂ ਹੁੰਦੀ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਮਨਮੁਖ ਬੰਦਾ ਹੁੰਦਾ ਹੈ, ਉਹ ਆਪਣੇ ਅੰਦਰੋਂ ਉਹਦਿਓਂ ਜੀਵਨ ਹੈ ਜਿਹੜਾ ਮਨੁੱਖਤਾ ਵਾਲਾ ਉਹ ਮਰਿਆ ਹੁੰਦਾ ਹੈ। ਜਿਹੜਾ ਬੇਈਮਾਨੀ ਵਾਲਾ ਵਿਕਾਰੀ ਮਨੁੱਖ ਹੋਏਗਾ, ਜਿੱਥੇ ਵੀ ਉਹਨੂੰ ਵਿਕਾਰ ਦਿਸਿਆ, ਭਾਵੇਂ ਉਹ ਕਾਮ ਹੋਏ, ਭਾਵੇਂ ਉਹ ਕ੍ਰੋਧ ਹੋਏ, ਭਾਵੇਂ ਉਹ ਲੋਭ ਲਾਲਚ ਹੋਏ, ਝੱਟ ਫਿਰ ਉਸੇ ਤਰੀਕੇ ਦੇ ਨਾਲ ਝੱਟ ਕੀ ਹੋਏਗਾ, ਉਸ ਚੀਜ਼ ਨੂੰ ਫੜ ਲਏਗਾ ਜਾ ਕੇ ਕਿ ਹਾਂ ਠੀਕ ਹੈ। ਹੁਣ ਪੁਰਾਣੇ ਸਮੇਂ ਦੇ ਵਿੱਚ ਦੇਖੋ, ਕਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਨਹੀਂ ਹੋਈਆਂ ਸੀ, ਅੱਜ ਕਿਉਂ ਹੋ ਰਹੀਆਂ ਨੇ? ਕਿਉਂਕਿ ਮਨਮੁਖ ਬੰਦੇ ਜਿਹੜੇ ਆਪਣੇ ਮਨ ਪਿੱਛੇ ਤੁਰ ਰਹੇ ਆ, ਉਹ ਚੰਦ ਪੈਸਿਆਂ ਪਿੱਛੇ, ਚੰਦ ਚੀਜ਼ਾਂ ਪਿੱਛੇ ਜਿਹੜਾ ਹੈ ਇਸ ਚੀਜ਼ ਨੂੰ ਜਿਹੜਾ ਹੈ ਉਹ ਇਹ ਕੰਮ ਕਰ ਰਹੇ ਆ, ਇੰਜ਼ਾਮ ਦੇ ਰਹੇ ਆ ਕਿ ਇਹ ਕੰਮ ਕਰਕੇ ਸਾਨੂੰ ਜਿਹੜਾ ਹੈ ਕੁਝ ਨਾ ਕੁਝ ਮਿਲ ਜਾਏਗਾ। ਜਾਂ ਬਹੁਤੇ ਨੇ ਜਿਹੜੇ ਉਹ ਸਮਾਜ ਦੇ ਵਿੱਚ ਅਸ਼ਾਂਤੀ ਫੈਲਾਉਣ ਦੇ ਕਰਕੇ, ਕਿਉਂਕਿ ਉਹਨਾਂ ਦੇ ਅੰਦਰ ਚੰਗਿਆਈ ਨਹੀਂ, ਉਹ ਅੰਦਰੋਂ ਸੁੱਕੇ ਹੋਏ ਹੈ, ਉਹਨਾਂ ਦੇ ਅੰਦਰ ਜੀਵਨ ਨਹੀਂ ਹੈ, ਨਾ ਫਿਰ ਉਹਨਾਂ ਨੂੰ ਕੋਈ ਚੰਗਾ ਫਲ ਲੱਗਦਾ ਹੈ, ਭਾਵ ਕੋਈ ਚੰਗਾ ਕਾਰਜ ਨਹੀਂ ਕਰਦੇ, ਨਾ ਛਾਉ, ਨਾ ਹੀ ਫਿਰ ਉਹਨਾਂ ਤੋਂ ਕੋਈ ਚੰਗੇ ਕੰਮ ਦੀ ਆਸ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਤਿਨਾ ਪਾਸ ਨ ਬੈਸੀਐ, ਉਹਨਾਂ ਘਰ ਨਾ ਗਿਰਾਓ। ਗਿਰਾਉਂ ਦਾ ਅਰਥ ਕੀ ਹੈ ਜੀ? ਪਿੰਡ, ਗ੍ਰਾਮ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਤਿੰਨਾਂ ਪਾਸ ਨਾ ਬੈਠੀਏ, ਕਿ ਜਿਹੜੇ ਮਨਮੁਖ ਨੇ ਉਸ ਖਲੋਤੇ ਖਲੋਤੇ ਸੁੱਕ ਜਾਂਦੇ ਹੈ, ਨਾ ਉਹਨਾਂ ਦੇ ਪਾਸ ਮਾਲਕ ਦਾ ਨਾਮ ਤੇ ਨਾ ਹੀ ਉਹ ਕਿਸੇ ਦੀ ਸੇਵਾ ਕਰਦੇ। ਇਹ ਆਪਾਂ ਵਿਚਾਰ ਲਿਆ ਹੈ। ਫਿਰ ਪਾਤਸ਼ਾਹ ਜੀ ਆਖਦੇ ਹਨ, ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਕਿ ਜੇਕਰ ਕੋਈ ਮਨੁੱਖ ਸਾਕਤ ਮਨਮੁਖ ਦੇ ਕੋਲੇ ਕੋਈ ਚੰਗਾ ਮਨੁੱਖ ਵੀ ਬਹਿ ਜਾਏ ਨਾ, ਫਿਰ ਉਹ ਆਪਣੀਆਂ ਹੀ ਮਾਰੀ ਜਾਂਦਾ ਹੈ,
ਜਿਵੇਂ ਰੀਲ ਚੱਲਦੀ ਹੁੰਦੀ ਐ ਚਲਾਈ ਜਾਂਦੇ, ਮੈਂ ਆਹ ਕੀਤਾ, ਮੈਂ ਫਲਾਣਾ ਕੀਤਾ, ਐਦਾਂ ਉਹ ਫਲਾਣਾ ਬੰਦਾ ਇੱਦਾਂ ਹੈ, ਫਲਾਣਾ ਕੰਮ ਉਹ ਮੇਰੀ ਇੱਥੇ ਉਹ ਆ, ਵੱਖਰੇ ਵੱਖਰੇ ਤਰੀਕੇ ਦੇ ਨਾਲ ਹੈ ਜਿਹੜਾ ਉਹ ਦੁਨਿਆਵੀ ਗੱਲਾਂ ਦੇ ਵਿੱਚ ਫਿਰ ਮਸਤ ਰਹਿੰਦਾ ਹੈ। ਸਤਿਗੁਰੂ ਜੀ ਆਖ ਰਹੇ ਨੇ ਕਿ ਐਸੇ ਮਨਮੁਖ ਦੇ ਕੋਲ ਬੈਠਣਾ ਨਹੀਂ ਚਾਹੀਦਾ, ਜਿਹੜਾ ਮਾਲਕ ਦੇ ਨਾਮ ਵਿੱਚ ਭਿੱਜਿਆ ਨਹੀਂ ਹੈ, ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜਿਆ ਨਹੀਂ ਹੈ। ਉਹ ਕੋਈ ਵੀ ਚੰਗਾ ਕਾਰਜ ਨਾ ਹੀ ਕਰ ਸਕਦੇ ਅਤੇ ਨਾ ਹੀ ਉਹਨਾਂ ਤੋਂ ਗੁਰੂ ਦੇ ਸ਼ਬਦ ਤੋਂ ਬਿਨਾਂ ਆਸ ਕੀਤੀ ਜਾ ਸਕਦੀ ਕਿ ਜਿੰਨਾ ਚਿਰ ਉਹਨਾਂ ਦੇ ਜੀਵਨ ਵਿੱਚ ਗੁਰੂ ਦਾ ਸ਼ਬਦ ਨਾ ਵਸੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਤੋਂ ਜਦੋਂ ਜਿੰਨਾ ਚਿਰ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜੇ, ਉਹਨਾਂ ਚਿਰ ਕੋਈ ਉੱਥੋਂ ਦੇ ਲੋਕਾਂ ਨੂੰ ਆਸ ਸੀ ਕਿ ਇਹ ਕੋਈ ਚੰਗਾ ਕੰਮ ਕਰੇਗਾ। ਜਿਹੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਸਨ ਉਹਨਾਂ ਨਾਲ, ਉਹਨਾਂ ਦੇ ਕਰਕੇ ਲੋਕਾਂ ਨੂੰ ਡਰਾਉਂਦਾ ਸੀ ਬਾਬਾ ਬੰਦਾ ਸਿੰਘ ਬਹਾਦਰ। ਪਰ ਜਦੋਂ ਗੁਰੂ ਦਾ ਸ਼ਬਦ ਮਿਲਿਆ ਫਿਰ ਕੀ ਹੈ, ਫਿਰ ਇੱਕਦਮ ਜੀਵਨ ਬਦਲ ਗਿਆ ਹੈ। ਪਹਿਲਾਂ ਡਰਾਉਂਦਾ ਸੀ, ਹੁਣ ਹੈ ਬਚਾਉਂਦਾ ਹੈ। ਇਹ ਗੁਰੂ ਦੇ ਸ਼ਬਦ ਦੀ ਰਹਿਮਤ ਹੈ। ਪਾਤਸ਼ਾਹ ਜੀ ਆਖਣ ਲੱਗੇ ਉਹਨਾਂ ਪਾਸ ਨਾ ਬੈਸੀਏ, ਉਹਨਾਂ ਦੇ ਕੋਲ ਨਹੀਂ ਬੈਠਣਾ ਚਾਹੀਦਾ ਅਤੇ ਉਹਨਾਂ ਦਾ ਕੋਈ ਘਰ ਘਾਟ ਵੀ ਨਹੀਂ ਹੈ। ਉਹਨਾਂ ਘਰ ਨਾ ਗਿਰਾਓ, ਭਾਵ ਉਹਨਾਂ ਨੂੰ ਕੋਈ ਆਤਮਿਕ ਸਹਾਰਾ ਨਹੀਂ ਮਿਲਦਾ ਕਿ ਉਹਨਾਂ ਦਾ ਅੰਦਰ ਠਹਿਰਾਓ ਦੇ ਵਿੱਚ ਕਿਵੇਂ ਆਵੇ, ਕਿਵੇਂ ਉਹ ਟਿਕਣ। ਇਸ ਕਰਕੇ ਉਹਨਾਂ ਨੂੰ ਇੱਥੇ ਕੋਈ ਸਹਾਰਾ ਨਹੀਂ ਮਿਲਦਾ ਹੈ। ਉਹ ਮਨਮੁਖ ਰੁੱਖ ਸਦਾ ਕੱਟੀ ਦੇ ਹਨ, ਸਾੜੀ ਦੇ ਹਨ। ਭਾਵ ਸਤਿਗੁਰੂ ਪਾਤਸ਼ਾਹ ਜੀ ਇਸ ਤਰੀਕੇ ਹਨ, ਨਾ ਉਹਨਾਂ ਦਾ ਘਰ ਹੈ, ਨਾ ਕੋਈ ਘਾਟ, ਭਾਵ ਨਾ ਕੋਈ ਪਿੰਡ ਹੈ, ਨਾ ਕੋਈ ਘਰ ਹੈ। ਕੱਟੀਆਂ ਤੈ ਨਿਤ ਜਾਲੀਆਂ, ਉਨ੍ਹਾਂ ਸ਼ਬਦ ਨਾ ਨਾਉ। ਹੁਣ ਪਹਿਲੀ ਪੰਕਤੀ ਅੰਦਰ ਸਤਿਗੁਰੂ ਜੀ ਨੇ ਆਖਿਆ ਸੀ ਨਾ, ਊਬੇ ਸੁੱਕ ਗਏ, ਕਿ ਮਨਮੁਖ ਖਲੋਤੇ ਖਲੋਤੇ ਸੁੱਕ ਜਾਂਦੇ ਨੇ, ਭਾਵ ਸੁੱਕੇ ਰੁੱਖ ਵਰਗੇ ਹੁੰਦੇ ਹੈ। ਹੁਣ ਇੱਥੇ ਦੇਖੋ ਸਮਝਾ ਰਹੇ ਸਤਿਗੁਰੂ ਜੀ, ਫਿਰ ਉਹ ਮਨਮੁਖ ਰੁੱਖ, ਭਾਵ ਕਿ ਜਿਵੇਂ ਸੁੱਕੇ ਰੁੱਖ ਨੂੰ ਸਦਾ ਕੱਟਿਆ ਹੀ ਜਾਂਦਾ ਹੈ, ਕਿ ਕੱਟੀਆਂ ਅਤੇ ਤੈਂ ਜਾਲੀਆਂ ਅਤੇ ਸਾੜਿਆ ਜਾਂਦਾ ਹੈ। ਅਤੇ ਹੋਰ ਕੀ ਸਮਝਾ ਕੀ ਰਹੇ ਨੇ ਕਿ ਮਨਮੁਖ ਜਿਹੜਾ ਹੈ, ਭਾਵ ਮਾਇਆ ਦੇ ਮੋਹ ਕਾਰਨ ਉਹ ਨਿੱਤ ਦੁਖੀ ਹੁੰਦਾ ਹੈ। ਨਿੱਤ ਉਹਦਾ ਜੀਵਨ ਹੈ ਜਿਹੜਾ ਜਿਵੇਂ ਰੁੱਖ ਕੱਟਿਆ ਜਾਂਦਾ ਹੈ, ਇਸ ਤਰ੍ਹਾਂ ਕੱਟਿਆ ਜਾ ਰਿਹਾ, ਖਤਮ ਹੋ ਰਿਹਾ ਹੈ। ਅਤੇ ਉਹਨਾਂ ਪਾਸ ਨਾ ਤਾਂ ਮਾਲਕ ਦੀ ਸਿਫਤ ਸਲਾਹ ਹੈ ਅਤੇ ਨਾ ਹੀ ਉਸ ਮਾਲਕ ਦਾ ਨਾਮ ਹੈ। ਹਮੇਸ਼ਾ ਹੀ ਫਿਰ ਉਹ ਇਹ ਮਾਇਆ ਦੇ ਵਿੱਚ, ਵਿਕਾਰਾਂ ਦੇ ਵਿੱਚ ਸੜਦੇ ਰਹਿੰਦੇ ਹਨ, ਭਾਵ ਦੁਖੀ ਹੁੰਦੇ ਰਹਿੰਦੇ ਹਨ। ਹੁਕਮੇ ਕਰਮ ਕਮਾਵਣੇ, ਪੈ ਕਿਰਤ ਫਿਰਾਓ। ਸਤਿਗੁਰੂ ਪਾਤਸ਼ਾਹ ਜੀ ਆਖਣ ਕਿ ਪਰ ਹੇ ਪ੍ਰਭੂ, ਜੀਵਾਂ ਦੇ ਕੀ ਵੱਸ ਹੈ, ਤੇਰੇ ਹੁਕਮ ਵਿੱਚ ਜੀਵ ਕਰਮ ਕਮਾਉਂਦੇ ਹਨ। ਤੇਰੇ ਹੁਕਮ ਵਿੱਚ ਹੀ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਗੇੜ ਹੈ ਜਿਹੜਾ ਉਹ ਪਿਆ ਰਹਿੰਦਾ ਹੈ। ਪੈ ਕਿਰਤ ਫਿਰਾਉ, ਕਿ ਆਪਣੀ ਪਹਿਲੀ ਕੀਤੀ ਕਿਰਤ ਦੇ ਕਰਕੇ ਹੀ, ਪਹਿਲੇ ਕੀਤੇ ਕਰਮਾਂ ਦੇ ਕਰਕੇ ਹੀ ਜਿਹੜਾ ਹੈ ਉਹ ਇਸ ਗੇੜ ਦੇ ਵਿੱਚ, ਭਾਵ ਉਹ ਫਸੇ ਰਹਿੰਦੇ, ਕਿ ਜਿਵੇਂ ਦੇ ਕੋਈ ਕੰਮ ਕਰਦਾ ਉਵੇਂ ਦੇ ਉਹਨੂੰ ਫਲ ਜਿਹੜੇ ਹਨ ਉਹ ਮਿਲਦੇ ਰਹਿੰਦੇ ਹਨ। ਹੁਕਮੇ ਦਰਸ਼ਨ ਦੇਖਣਾ, ਜਹ ਭੇਜਹਿ ਤਹ ਜਾਓ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਅਤੇ ਜਿੱਧਰ ਤੂੰ ਭੇਜਦਾ, ਜਹ ਭੇਜੈ ਤਹ ਜਾਓ, ਉੱਧਰ ਜੀਵਾਂ ਨੂੰ ਫਿਰ ਜਾਣਾ ਪੈਂਦਾ ਹੈ। ਕਿ ਜਿੱਥੇ ਤੂੰ ਭੇਜਦਾ ਹੈ, ਜਿਹੜਾ ਤੂੰ ਹੁਕਮ ਕਰਦਾ ਹੈ, ਜੀਵਾਂ ਨੂੰ ਉੱਧਰ ਹੀ ਜਾਣਾ ਪੈਂਦਾ ਹੈ। ਕਿ ਜਿਵੇਂ ਉਹਦਾ ਹੁਕਮ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜੇਗਾ ਉਹ ਆਤਮਿਕ ਆਨੰਦ ਹਾਸਲ ਕਰੇਗਾ, ਅਤੇ ਜਿਹੜਾ ਮਨ ਦੇ ਪਿੱਛੇ ਲੱਗੇਗਾ, ਮਾਇਆ ਪਿੱਛੇ ਲੱਗੇਗਾ, ਉਹਨੂੰ ਆਤਮਿਕ ਦੁੱਖ ਕੀ ਹੈ, ਸਹਾਰਨਾ ਪਏਗਾ। ਇਹ ਉਹਦਾ ਹੁਕਮ ਹੈ। ਜਹ ਭੇਜੈ, ਕਿ ਚੰਗਾ ਕੰਮ ਕਰੇਗਾ ਉਹਨੂੰ ਮਾਲਕ ਆਪਣੇ ਚਰਨਾਂ ਵਿੱਚ ਸੁਰਤ ਜੋੜਨ ਦੀ ਦਾਤ ਬਖਸ਼ੇਗਾ, ਨਾਮ ਦੀ ਦਾਤ ਬਖਸ਼ੇਗਾ। ਜਿਹੜਾ ਮਾਇਆ ਵਿੱਚ ਚਿੱਤ ਜੋੜੇਗਾ ਉਹਨੂੰ ਆਪੇ ਵਿਕਾਰਾਂ ਦੇ ਅਧੀਨ ਅਤੇ ਦੁਖੀ ਜੀਵਨ
ਬਤੀਤ ਕਰਨਾ ਪਏਗਾ। ਭਾਵ ਜਹ ਭੇਜੈ ਤਹ ਜਾਉ। ਇਹਨੂੰ ਬਹੁਤ ਵਾਰ ਹੈ ਜਿਹੜਾ ਜੇ ਜਾਂ ਜੈ ਪੜ੍ਹਿਆ ਜਾਂਦਾ ਹੈ। ਭਾਵ ਇਹਦਾ ਖੜਾ ਖੜਾ ਉਚਾਰਨ ਕਰਾਂਗੇ। ਬਹੁਤੀ ਵਾਰ ਜਿਹੜਾ ਜਦੋਂ ਹਾਹਾ ਮੁਕਤਾ ਆਉਂਦਾ ਹੈ, ਇਹਨੂੰ ਥੋੜ੍ਹਾ ਜਿਹਾ ਅਸੀਂ ਜਿਹੜਾ ਹੈ ਇੰਜ ਕਹਿ ਲਈਏ ਭਾਰਾ ਜਾਂ ਅੱਧਾ ਕੁ ਕੰਨਾ ਜਹ, ਭਾਵ ਕਿ ਹਾਹੇ ਦਾ ਉਚਾਰਨ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਕਿ ਜਿਵੇਂ ਅਗਲਾ ਸ਼ਬਦ ਹੈ ਜਹ ਭੇਜੈ, ਹਾਹਾ ਅਸੀਂ ਥੋੜ੍ਹਾ ਉਚਾਰਨ ਕਰਦੇ ਹਾਂ ਕਿਉਂਕਿ ਪੰਜਾਬੀ ਦੇ ਵਿੱਚ ਹਾਹਾ ਹੈ ਜਿਹੜਾ ਉਹ ਦੂਜੇ ਸ਼ਬਦਾਂ ਨੂੰ ਥੋੜ੍ਹਾ ਜਿਹਾ ਘੱਟ ਬੋਲਦਾ ਹੈ। ਇਸੇ ਤਰ੍ਹਾਂ ਫਿਰ ਇੱਥੇ ਥੋੜ੍ਹਾ ਜ਼ਿਆਦਾ ਬੋਲ ਗਿਆ ਜਹ ਭੇਜੈ ਤਹ ਜਾਉ, ਕਿ ਫਿਰ ਜਿੱਧਰ ਤੂੰ ਭੇਜਦਾ ਉੱਧਰ ਹੀ ਜਾਣਾ ਪੈਂਦਾ ਹੈ। ਹੁਕਮੇ ਹਰ ਹਰ ਮਨ ਵਸੈ, ਹੁਕਮੇ ਸੱਚ ਸਮਾਓ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿੱਚ ਤੇਰਾ ਹਰ ਨਾਮ ਵਸਦਾ ਹੈ। ਤੇਰੇ ਹੁਕਮ ਵਿੱਚ ਹੀ ਤੇਰੇ ਸਦਾ ਥਿਰ ਸਰੂਪ ਵਿੱਚ ਉਹਨਾਂ ਦੀ ਲੀਨਤਾ ਹੈ ਜਿਹੜੀ ਰਹਿੰਦੀ ਹੈ। ਹੁਕਮੇ ਸੱਚ ਸਮਾਓ, ਕਿ ਤੇਰੇ ਹੁਕਮ ਦੇ ਵਿੱਚ ਹੈ ਜਿਹੜਾ ਉਹ ਸਮਾਇਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਹੁਕਮ ਨਾ ਜਾਣੈ ਬਪੁੜੇ, ਭੂਲੇ ਫਿਰਹਿ ਗਵਾਰ। ਕਿ ਕਈ ਐਸੇ ਵੀ ਨੇ ਕਿ ਹੇ ਮਾਲਕ, ਕਈ ਐਸੇ ਵੀ ਜੀਵ ਹਨ ਜਿਹੜੇ ਤੇਰੇ ਹੁਕਮ ਨੂੰ ਨਹੀਂ ਸਮਝਦੇ, ਨਹੀਂ ਜਾਣਦੇ, ਨਹੀਂ ਪਛਾਣਦੇ। ਬਪੁੜੇ ਅਤੇ ਭੂਲੇ ਫਿਰਹਿ ਗਵਾਰ, ਕਿ ਉਹ ਬਪੁੜੇ ਤੋਂ ਭਾਵ ਮੂਰਖ ਐਸੇ ਹਨ, ਤੇਰੇ ਹੁਕਮ ਨੂੰ, ਤੇਰੇ ਭਾਣੇ ਨੂੰ ਨਹੀਂ ਸਮਝਦੇ, ਨਹੀਂ ਪਛਾਣਦੇ। ਉਹ ਮਾਇਆ ਦੇ ਮੋਹ ਕਾਰਨ ਫਿਰ ਜੀਵਨ ਦੇ ਅਸਲੀ ਰਸਤੇ ਤੋਂ ਭੁੱਲੇ ਰਹਿੰਦੇ ਹੈ, ਕਿ ਉਹ ਫਿਰ ਭਟਕਦੇ ਹੀ ਰਹਿੰਦੇ ਹਨ, ਉਹ ਗਵਾਰ। ਮਨ ਹਠ ਕਰਮ ਕਮਾਵਦੇ, ਨਿਤ ਨਿਤ ਹੋਹਿ ਖੁਆਰ। ਬਪੁੜੇ ਦਾ ਅਰਥ ਜਿਹੜਾ ਹੈ ਉਹ ਹੈ ਵਿਚਾਰੇ, ਤੇ ਗਵਾਰ ਦਾ ਅਰਥ ਮੂਰਖ ਹੈ। ਹੁਣ ਸਤਿਗੁਰੂ ਜੀ ਇੱਥੇ ਆਖਦੇ ਹਨ ਮਨ ਹੱਠ, ਕਿ ਉਹ ਫਿਰ ਗੁਰੂ ਦਾ ਆਸਰਾ ਛੱਡ ਕੇ ਜਿਹੜੇ ਮੂਰਖ ਲੋਕ ਨੇ, ਗੁਰੂ ਦੇ ਮਾਲਕ ਦੇ ਹੁਕਮ ਨੂੰ ਨਹੀਂ ਸਮਝਦੇ, ਉਹ ਆਪਣੇ ਮਨ ਦੇ ਹੱਠ ਨਾਲ ਫਿਰ ਮਨ ਹੱਠ ਕਰਮ ਕਮਾਉਂਦੇ। ਆਪਣੇ ਮਨ ਦੇ ਹੱਠ ਨਾਲ ਹੀ ਕਈ ਕਿਸਮ ਦੇ ਮਿੱਥੇ ਹੋਏ ਧਾਰਮਿਕ ਕਰਮ ਫਿਰ ਉਹ ਕਰਦੇ ਹੈ ਕਿ ਸ਼ਾਇਦ ਅਸੀਂ ਵਿਕਾਰਾਂ ਤੋਂ, ਮਾਇਆ ਤੋਂ ਬਚ ਜਾਈਏ। ਪਰ ਜਿਹੜੇ ਉਹ ਕਰਮ ਕਰਦੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਵਿਕਾਰ ਹੀ ਤੇ ਮਾਇਆ ਦਾ ਮੋਹ ਹੀ ਜਿਹੜਾ ਹੈ, ਮਾਇਆ ਦਾ ਰੂਪ ਹੀ ਦੇਖਣ ਨੂੰ ਮਿਲਦਾ ਹੈ। ਨਿਤ ਨਿਤ ਹੋਹਿ ਖੁਆਰ, ਫਿਰ ਉਹ ਵਿਕਾਰਾਂ ਵਿੱਚ ਫਸੇ ਹੋਏ ਸਦਾ ਹੀ ਖੁਆਰ ਹੁੰਦੇ ਰਹਿੰਦੇ ਹਨ। ਅੰਤਰ ਸ਼ਾਂਤ ਨਾ ਆਵਈ, ਨਾ ਸੱਚ ਲੱਗੈ ਪਿਆਰ। ਉਹਨਾਂ ਦੇ ਮਨ ਵਿੱਚ ਕਦੇ ਵੀ ਸ਼ਾਂਤੀ ਨਹੀਂ ਆਉਂਦੀ, ਨਾ ਹੀ ਉਹਨਾਂ ਦਾ ਸੱਚੇ ਪ੍ਰਭੂ ਵਿੱਚ ਫਿਰ ਪਿਆਰ ਬਣਦਾ ਹੈ, ਨਾ ਹੀ ਪਿਆਰ ਜਿਹੜਾ ਉਹ ਜੁੜਦਾ ਹੈ, ਨਾ ਸੱਚ ਲੱਗੈ ਪਿਆਰ। ਗੁਰਮੁਖੀਆਂ ਮੋਹ ਸੋਹਣੇ, ਗੁਰ ਕੈ ਹੇਤ ਪਿਆਰ। ਕਿ ਹੁਣ ਜਿਹੜੀ ਗੁਰਮੁਖੀਆਂ ਭਾਵ ਜਿਨ੍ਹਾਂ ਦਾ ਮੁੱਖ ਗੁਰੂ ਦੇ ਵੱਲ ਹੈ, ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਨਾਮ ਦੀ ਲਾਗਲੀ ਨਾਲ ਸੋਹਣੇ ਲੱਗਦੇ ਨੇ। ਭਾਵ ਕਿ ਨਾਮ ਹੈ ਜਿਹੜਾ ਉਹਨਾਂ ਦੇ ਮੂੰਹ 'ਤੇ ਹਮੇਸ਼ਾ ਹੀ ਹੁੰਦਾ ਹੈ। ਕੋਈ ਚੰਗਾ ਕਰੇ, ਕੋਈ ਮਾੜਾ ਕਰੇ, ਉਹ ਉਸੇ ਵੇਲੇ ਮਾਲਕ ਦੇ ਸ਼ਬਦ ਦਾ ਹੀ ਸਹਾਰਾ ਲੈਂਦੇ। ਕੋਈ ਚੰਗਾ ਕਰਦਾ ਹੈ ਸ਼ੁਕਰਾਨਾ ਹੈ, ਮਾੜਾ ਕਰਦਾ ਹੈ ਤਾਂ ਵੀ ਉਹ ਮਾਲਕ ਦੇ ਨਾਮ ਵਿੱਚ ਹੀ ਜੁੜੇ ਰਹਿੰਦੇ ਹਨ। ਗੁਰਮੁਖੀਆ ਮੋਹ ਸੋਹਣੇ, ਗੁਰ ਕੈ ਹੇਤ ਪਿਆਰ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿੱਚ, ਗੁਰੂ ਦੇ ਪਿਆਰ ਵਿੱਚ ਟਿਕੇ ਰਹਿੰਦੇ ਹਨ, ਸਜੇ ਰਹਿੰਦੇ ਹਨ, ਜੁੜੇ ਰਹਿੰਦੇ ਹਨ। ਸੱਚੀ ਭਗਤੀ ਸੱਚ ਰਤੇ,
ਦਰ ਸੱਚੈ ਸਚਿਆਰ। ਉਹ ਮਾਲਕ ਪ੍ਰਭੂ ਦੀ ਸਦਾ ਥਿਰ ਰਹਿਣ ਵਾਲੀ ਹੀ ਭਗਤੀ ਫਿਰ ਕਰਦੇ ਹਨ। ਉਹ ਸੱਚੇ ਮਾਲਕ ਦੇ ਪ੍ਰੇਮ ਰੰਗ ਵਿੱਚ ਹੀ ਰੰਗੇ ਰਹਿੰਦੇ ਹਨ। ਅਤੇ ਦਰ ਸੱਚੈ ਸਚਿਆਰ ਇਸ ਵਾਸਤੇ ਫਿਰ ਉਹ ਮਾਲਕ ਦੇ ਦਰ 'ਤੇ ਸੱਚ ਰੂਪ ਹੋ ਕਰਕੇ ਸੁਰਖਰੂ ਹੋ ਜਾਂਦੇ ਹੈ, ਪ੍ਰਵਾਨ ਹੋ ਜਾਂਦੇ ਹੈ, ਕਬੂਲ ਹੋ ਜਾਂਦੇ ਹੈ। ਆਏ ਸੇ ਪ੍ਰਵਾਨ ਹੈ, ਸਭ ਕੁਲ ਕਾ ਕਰਹਿ ਉਧਾਰ। ਪਾਤਸ਼ਾਹ ਜੀ ਆਖਣ ਲੱਗੇ ਆਏ ਸੇ ਪ੍ਰਵਾਨ ਹੈ, ਭਾਵ ਜਗਤ ਵਿੱਚ ਉਹਨਾਂ ਬੰਦਿਆਂ ਦਾ ਹੀ ਆਉਣਾ, ਉਹਨਾਂ ਮਨੁੱਖਾਂ ਦਾ ਆਉਣਾ ਹੀ ਪ੍ਰਵਾਨ ਹੈ, ਕਬੂਲ ਹੈ, ਸਫਲ ਹੈ। ਉਹ ਆਪਣੀ ਸਾਰੀ ਕੁੱਲ ਦਾ ਵੀ ਪਾਰ ਉਤਾਰਾ ਕਰ ਲੈਂਦੇ ਨੇ ਕਿ ਉਹ ਫਿਰ ਆਪਣੇ ਜਿਹੜੇ ਕੁੱਲ ਦੇ ਲੋਕ ਹੁੰਦੇ ਨੇ ਉਹਨਾਂ ਦਾ ਵੀ ਪਾਰ ਉਤਾਰਾ ਨਾਲ ਹੀ ਹੋ ਜਾਂਦਾ ਹੈ। ਕਿ ਜਿਵੇਂ ਬਹੁਤੀ ਵਾਰ ਅਸੀਂ ਦੇਖਦੇ ਹਾਂ ਨਾ ਕਿ ਜੇ ਕਿਸੇ ਦਾ ਪੁੱਤਰ ਬਹੁਤ ਜਾਂ ਬੱਚਾ ਬਹੁਤ ਤਰੱਕੀ ਜਾਏ, ਲੜਕੀ ਹੋਏ ਜਾਂ ਲੜਕਾ ਹੋਏ, ਤਰੱਕੀ ਕਰ ਜਾਏ ਤੇ ਬਹੁਤੀ ਵਾਰ ਫਿਰ ਲੋਕ ਕਿਹਦੇ ਨਾਂ ਨਾਲ ਜਾਣਦੇ ਹੈ ਕਿ ਫਲਾਣੀ ਮਾਂ ਦੀ ਕੁੱਖ ਤੋਂ ਤੇ ਫਲਾਣੇ ਪਿਤਾ ਦੇ ਘਰ ਇਹਦਾ ਜਨਮ ਹੋਇਆ ਸੀ। ਭਾਵ ਕਿ ਉਹਨਾਂ ਦਾ ਪੁੱਤਰ ਸੀ, ਕਿ ਉਹ ਆਪਣੇ ਤੇ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਫਿਰ ਉਹਨਾਂ ਨੂੰ ਆਖਦੇ ਕਿ ਇਹ ਫਲਾਣੇ ਦਾ ਪੁੱਤਰ ਪੁੱਤਰੀ ਹੈ। ਭਾਵ ਕਿ ਸਾਰੇ ਹੀ ਉਹਨਾਂ ਦੇ ਕਰਕੇ ਉਹਦੀ ਕੁੱਲ ਦੀ ਹੀ ਪ੍ਰਸ਼ੰਸਾ ਜਿਹੜੀ ਹੈ ਉਹ ਕਰਦੇ ਹਨ। ਇਸੇ ਤਰ੍ਹਾਂ ਮਾਲਕ ਨਾਲ ਜਿਹੜੇ ਜੁੜਦੇ ਨੇ ਫਿਰ ਉਹ ਆਪਣੇ ਪਰਿਵਾਰ ਨੂੰ ਵੀ ਕੁੱਲ ਨੂੰ ਵੀ ਤਾਰ ਲੈਂਦੇ ਹਨ, ਉਧਾਰ ਲੈਂਦੇ ਹਨ। ਸਭ ਨਦਰੀ ਕਰਮ ਕਮਾਵੰਦੇ, ਨਦਰੀ ਬਾਹਰ ਨ ਕੋਏ। ਹੁਣ ਸਤਿਗੁਰੂ ਜੀ ਆਖ ਰਹੇ ਨੇ ਸਭ ਨਦਰੀ ਕਰਮ ਕਮਾਉਂਦੇ, ਕਿ ਸਾਰੇ ਜੀਵ ਹੀ ਮਾਲਕ ਦੀ ਨਿਗਾਹ ਨਜ਼ਰ ਦੇ ਵਿੱਚ ਹੀ ਕਰਮ ਕਰਦੇ ਹਨ, ਕਮਾਉਂਦੇ ਹਨ। ਮਾਲਕ ਦੀ ਨਦਰ, ਮਾਲਕ ਦੀ ਰਜ਼ਾ ਤੋਂ ਬਾਹਰ ਜਿਹੜਾ ਹੈ ਜੀਵ ਕੋਈ ਵੀ ਨਹੀਂ ਹੈ। ਭਾਵ ਕੋਈ ਵੀ ਤੁਰ ਨਹੀਂ ਸਕਦਾ, ਕੋਈ ਵੀ ਉਹਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ। ਹੁਣ ਇਹਦਾ ਇਹ ਭਾਵ ਨਹੀਂ ਕਹਿ ਲੈਣਾ ਕਿ ਆ ਜਿਹੜੇ ਮਾੜੇ ਕੰਮ ਕਰਦੇ ਉਹਦੇ ਹੁਕਮ ਵਿੱਚ ਹੈ। ਉਹਦਾ ਹੁਕਮ ਇਸ ਤਰ੍ਹਾਂ ਹੈ ਕਿ ਜਿਹੜੇ ਉਹਦੇ ਦੱਸੇ 'ਤੇ ਨਹੀਂ ਤੁਰੇ ਉਹ ਫਿਰ ਵਿਕਾਰਾਂ ਦੇ ਵਿੱਚ ਹੀ ਗ੍ਰਸਤ ਰਹਿੰਦੇ ਹੈ। ਕਿ ਜਿਵੇਂ ਹੁਣ ਦੋ ਕੁੱਤੇ ਰੱਖੇ ਹੋਣ ਘਰ ਦੇ ਵਿੱਚ, ਇੱਕ ਪਾਲਤੂ ਹੋਏ ਤੇ ਦੂਜਾ ਵੈਸੇ ਸੰਗਲ ਪਾ ਕੇ ਬੰਨਿਆ ਹੋਏ। ਹੁਣ ਜਿਹੜਾ ਪਾਲਤੂ ਹੈ ਜਦੋਂ ਉਹਨੂੰ ਛੱਡਿਆ ਜਾਂਦਾ ਹੈ ਨਾ, ਥੋੜ੍ਹਾ ਜਿਹਾ ਘੁੰਮ ਕੇ ਆ ਕੇ ਫਿਰ ਉਹ ਮਾਲਕ ਦੇ ਕੋਲ ਰਹਿੰਦਾ, ਦੂਰ ਨਹੀਂ ਜਾਂਦਾ। ਪਰ ਜਿਹੜਾ ਨਾ ਪਾਲਤੂ ਵੈਸੇ ਹੀ ਸੰਗਲ ਪਾ ਕੇ ਫੜਿਆ, ਉਹ ਪਹਿਲਾਂ ਤੋਂ ਉੱਥੇ ਜਿੱਥੇ ਬੰਨਿਆ ਹੋਵੇਗਾ ਉੱਥੇ ਹੀ ਉਹ ਟੋਇਆ ਪੁੱਟ ਦੇਗਾ, ਭੌਂਕੀ ਜਾਏਗਾ, ਕਈ ਕੁਝ ਕਰੀ ਜਾਏਗਾ। ਜਦੋਂ ਉਹ ਛੱਡ ਦਿੱਤਾ ਜਾਏਗਾ ਫਿਰ ਉਹ ਨਜ਼ਰ ਨਹੀਂ ਆਉਂਦਾ, ਫਿਰ ਪਤਾ ਨਹੀਂ ਕਿੱਧਰ ਕਿੱਧਰ ਦੌੜ ਜਾਂਦਾ। ਇਸੇ ਤਰ੍ਹਾਂ ਹੀ ਹੈ ਕਿ ਜਿਹੜੇ ਮਾਲਕ ਦੇ ਹੁਕਮ ਵਿੱਚ ਹੈ, ਕਿ ਜਿਹੜੇ ਉਹਦੀ ਹੈ ਸਾਰੇ ਉਹਦੇ ਨਜ਼ਰ ਦੇ ਅੰਦਰ ਹੀ, ਪਰ ਕੁਝ ਉਹਦੇ ਹੁਕਮ ਵਿੱਚ ਨੇ, ਕੁਝ ਉਹਦੇ ਹੁਕਮ ਤੋਂ ਬਾਹਰ ਜ਼ਰੂਰ ਨੇ, ਪਰ ਉਹਦੇ ਹੁਕਮ ਤੋਂ ਆਕੀ ਨਹੀਂ ਹੈ। ਕਿ ਕੋਈ ਉਹਦੇ ਹੁਕਮ ਨੂੰ ਆਖੇ ਕਿ ਮੈਂ ਨਹੀਂ ਰੱਬਾ ਤੇਰੇ ਹੁਕਮ ਨੂੰ ਮੰਨਦਾ, ਮੈਂ ਤੇ ਮਰਨਾ ਹੀ ਨਹੀਂ। ਹੋ ਸਕਦਾ ਕਦੇ ਇੱਦਾਂ ਕਿ ਜਾ ਰੱਬਾ ਮੈਂ ਅੱਜ ਤੋਂ ਬਾਅਦ ਪਾਣੀ ਪੀਣਾ ਹੀ ਨਹੀਂ। ਭਾਵੇਂ ਕਿ ਸਾਇੰਸ ਬੜੀ ਤਰੱਕੀ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਪਰ ਅੱਜ ਦੇ ਤਰੀਕੇ ਨਾਲ ਸਮਝੀ ਕੋਈ ਪਾਣੀ ਤੋਂ ਬਿਨਾਂ ਰਹਿ ਸਕਦਾ? ਕੋਈ ਆਕਸੀਜਨ ਕਿ ਰੱਬਾ ਅੱਜ ਤੋਂ ਬਾਅਦ ਆਕਸੀਜਨ ਮੈਂ ਲੈਣੀ ਹੀ ਨਹੀਂ, ਬੰਦ ਹੀ ਕਰ ਦੇਣੀ, ਸਾਹ ਲੈਣਾ ਹੀ ਬੰਦ ਕਰ ਦੇਣਾ, ਹੋਵੇਗਾ ਇੱਦਾਂ? ਕਹਿਣ ਤੋਂ ਭਾਵ ਹੈ ਕਿ ਉਸ ਮਾਲਕ ਦਾ ਹੁਕਮ ਸਥਿਰ ਹੈ, ਜਿਹੜਾ ਉਹਦਾ ਹੁਕਮ ਹੈ ਉਸ ਤੋਂ ਆਕੀ ਨਹੀਂ ਹੋ ਸਕਦੀ ਜੀਵ। ਜੈਸੀ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਜਿਹੜਾ ਹੈ ਅਖੀਰਲੀਆਂ ਪੰਕਤੀਆਂ ਅੰਦਰ ਸਮਝਾ ਰਹੇ ਹਨ ਕਿ ਫਿਰ ਉਹ ਸੱਚਾ ਮਾਲਕ ਹੈ ਜਿਹੜਾ ਪ੍ਰਭੂ ਜਿਹੋ ਜਿਹੀ ਨਿਗਾਹ ਨਾਲ ਕਿਸੇ ਜੀਵ ਵੱਲ ਵੇਖਦਾ ਹੈ, ਜਿਹੋ ਜਿਹੀ ਨਦਰ, ਜਿਹੋ ਜਿਹੀ
ਨਜ਼ਰ ਦੇ ਨਾਲ, ਮਿਹਰ ਦੇ ਨਾਲ ਕਿਸੇ ਜੀਵ ਵੱਲ ਵੇਖਦਾ ਹੈ, ਨਦਰ ਕਰੇ ਸੱਚਾ, ਕਿ ਸੱਚਾ ਮਾਲਕ ਜਿਸ ਵੱਲ ਫਿਰ ਉਹ ਨਦਰ ਨਾਲ ਵੇਖਦਾ ਹੈ ਉਹ ਤੈਸਾ ਹੀ ਕੋ ਹੋਏ, ਜੀਵ ਫਿਰ ਉਹੋ ਜਿਹਾ ਹੀ ਬਣ ਜਾਂਦਾ ਹੈ, ਕਿ ਉਹ ਜਿਹੀ ਉਹ ਜੀਵ ਉਹ ਹੋ ਜਾਂਦਾ ਹੈ। ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ। ਕਿ ਹੇ ਨਾਨਕ, ਉਸ ਦੀ ਮਿਹਰ ਦੀ ਨਜ਼ਰ ਨਾਲ ਜਿਹੜਾ ਮਨੁੱਖ ਉਸ ਦੇ ਨਾਮ ਵਿੱਚ ਜੁੜਦਾ ਹੈ ਉਸ ਨੂੰ ਵਡਿਆਈਆਂ ਮਿਲਦੀਆਂ, ਉਸ ਨੂੰ ਇੱਜ਼ਤ ਮਿਲਦੀ ਹੈ, ਪਰ ਉਸ ਦਾ ਨਾਮ ਉਸ ਦੀ ਬਖਸ਼ਿਸ਼ ਨਾਲ, ਰਹਿਮਤ ਨਾਲ ਹੀ ਮਿਲਦਾ ਹੈ। ਕਰਮ ਪ੍ਰਾਪਤ ਹੋਏ, ਇੱਥੇ ਕੱਕਾ ਰਾਰਾ ਮੰਮੇ ਨੂੰ ਸਿਹਾਰੀ, ਇੱਥੇ ਅਰਥ ਇਹਦਾ ਬਖਸ਼ਿਸ਼ ਰਹਿਮਤ ਹੈ। ਤੇ ਪਿੱਛੇ ਜਿਹੜਾ ਕਰਮ ਸ਼ਬਦ ਆਇਆ, ਸਭ ਨਦਰੀ ਕਰਮ ਕਮਾਉਂਦੇ, ਇੱਥੇ ਉਹਦਾ ਅਰਥ ਕਰਮ ਕਮਾਉਂਦੇ ਹਨ, ਉੱਥੇ ਹੈ ਜੋ ਕਿਰਤ ਕਰਦੇ ਹਨ। ਇਹਨਾਂ ਦੋਵਾਂ ਦੇ ਵਿੱਚ ਇੱਕੋ ਪਦੇ ਦੇ ਅੰਦਰ ਦੋ ਸ਼ਬਦ ਨੇ, ਉਚਾਰਨ ਇੱਕੋ ਹੀ ਹੈ, ਪਰ ਮਾਤਰਾ ਦੇ ਹਿਸਾਬ ਨਾਲ ਦੋਵਾਂ ਦੇ ਅਰਥ ਵੱਖਰੇ ਵੱਖਰੇ ਹਨ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।